ਲਓ ਜੀ, ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਆ ਜਾਈਦਾ। ਦੇਸ਼ ਦਾ ਆਜ਼ਾਦੀ ਦਿਹਾੜਾ ਜੀ, ਸੋ ਆਜ਼ਾਦੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਆਪਾ ਵਾਰ ਕੇ ਇਸ ਮੁਲਕ ਨੂੰ ਆਜ਼ਾਦ ਕਰਵਾਇਆ, ਸੋ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਹੈ ਜੀ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਠੀਕ ਠਾਕ, ਆਪਣਾ ਸੁਣਾਓ। ਮੁਬਾਰਕਾਂ ਬਣਦੀਆਂ ਜੀ, ਬਿਲਕੁਲ ਮੁਬਾਰਕਾਂ ਬਣਦੀਆਂ, ਕਿਉਂਕਿ ਮਿਹਨਤਕਸ਼ ਲੋਕਾਂ ਦਾ ਦੇਸ਼ ਹੈ ਤੇ ਮਿਹਨਤਕਸ਼ ਲੋਕ ਜਿਹੜੇ ਆਪਣੀ ਮਿਹਨਤ ਦੀ ਰੋਟੀ ਕਮਾ ਕੇ ਖਾਂਦੇ ਆ, ਉਹਨਾਂ ਨੂੰ ਵਧਾਈ ਦੇਣੀ ਤੇ ਬਣਦੀ। ਵਧਾਈ ਦੇਣੀ ਬਣਦੀ ਆ। ਸੰਧਾਲੀਆ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਹੋਰ ਖਿਆਲ ਆਇਆ ਹੁਣ ਤੁਹਾਡੇ ਕਰਦੇ ਕਰਦੇ ਕਿ ਮਿਹਨਤਕਸ਼ ਲੋਕ ਨੇ। ਤੁਸੀਂ ਇਹ ਦੇਖੋ ਕਿ 1947 ਦੇ ਵਿੱਚ ਅੱਜ ਵੀ ਬਹੁਤ ਸਾਰੇ ਬਜ਼ੁਰਗ ਆਪਣੇ ਆਪ ਨੂੰ ਆਪਾਂ ਨੂੰ ਮਿਲਦੇ ਆ ਜਾਂ ਉਹਨਾਂ ਦੀ ਗੱਲ ਸੁਣਦੇ ਆ ਜਾਂ ਵੀਡੀਓ ਸਾਹਮਣੇ ਆ ਜਾਂਦੀ, ਮੈਨੂੰ ਮੇਰਾ ਪਿੰਡ ਦਿਖਾ ਦਿਓ। ਪਾਕਿਸਤਾਨ ਚੋਂ ਵੀ, ਭਾਰਤ ਚੋਂ ਵੀ, ਤੇ ਬਹੁਤਾ ਕਰਕੇ ਉਹ ਪੰਜਾਬੀ ਹੁੰਦੇ ਆ, ਭਾਵੇਂ ਪਾਕਿਸਤਾਨ ਦੇ ਪੰਜਾਬੀ ਆ ਭਾਵੇਂ ਇੱਧਰਲੇ। ਕਿਉਂਕਿ ਤੁਸੀਂ ਇਹ ਦੇਖੋ ਕਿ ਨਾਲੋਂ ਨਾਲ ਰਹਿੰਦੇ, ਰੋਟੀ ਪਾਣੀ ਸਾਂਝੀ, ਖੇਤੀਬਾੜੀ ਸਾਂਝੀ, ਪਿੰਡ ਸਾਂਝੇ, ਮੇਲੇ ਸਾਂਝੇ, ਤਿਉਹਾਰ ਸਾਂਝੇ, ਹਰ ਚੀਜ਼ ਸਾਂਝੀ। ਅਚਾਨਕ ਤਲਵਾਰਾਂ ਨਿਕਲ ਆਈਆਂ, ਅਚਾਨਕ 10 ਲੱਖ ਬੰਦਾ ਵੱਢ ਦਿੱਤਾ ਗਿਆ। ਉਹੀ ਕੁੜੀਆਂ ਜਿਹੜੀਆਂ ਉਹਨਾਂ ਹੀ ਪਿੰਡਾਂ ਦੇ ਵਿੱਚ ਰਹਿੰਦੀਆਂ ਸੀ, ਸਤਿਕਾਰ ਤੇ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ, ਉਹਨਾਂ ਨੂੰ ਹੀ ਚੁੱਕ ਕੇ ਉਹਨਾਂ ਦੇ ਨਾਲ ਕੀ ਕੁਛ ਨਹੀਂ ਕੀਤਾ ਗਿਆ। ਤੇ ਵਿੱਚੋਂ ਨਿਕਲਿਆ ਕਿ ਭਾਈ ਕੁਝ ਲੋਕਾਂ ਦਾ ਸਵਾਰਥ ਸੀ, ਉਹਨਾਂ ਨੇ ਉਸ ਸਵਾਰਥ ਦੀ ਪੂਰਤੀ ਦੇ ਲਈ ਅਫਵਾਹਾਂ ਉਡਾਈਆਂ, ਲੋਕਾਂ ਨੂੰ ਧਰਮਾਂ 'ਚ, ਲੋਕਾਂ ਨੂੰ ਜਾਤੀਆਂ 'ਚ, ਲੋਕਾਂ ਨੂੰ ਇਲਾਕਾਵਾਦ ਦੇ ਵਿੱਚ ਵੰਡਿਆ ਤੇ ਅਸੀਂ ਇੱਕ ਦੂਜੇ ਦੁਸ਼ਮਣ ਬਣ ਗਏ। ਮੈਨੂੰ ਇਹ ਲੱਗਦਾ ਕਿ 1947 ਦੀ ਵੰਡ ਜਦੋਂ ਚੇਤੇ ਆਉਂਦੀ ਹੈ, 15 ਅਗਸਤ ਦਾ ਵੇਲਾ, ਤੇ ਸਾਨੂੰ ਬਿਲਕੁਲ ਅੱਜ ਦੇ ਸਮੇਂ 'ਚ ਲੈ ਕੇ ਆਉਂਦਾ ਕਿ ਭਾਈ ਉਦੋਂ ਕਿਸੇ ਦਾ ਸਵਾਰਥ ਸੀ, ਉਹਨੇ ਸਾਨੂੰ ਵੰਡ ਦਿੱਤਾ, ਸਾਨੂੰ ਨੁਕਸਾਨ ਹੋਇਆ। ਅੱਜ ਤੱਕ ਚੀਸਾਂ ਉੱਠਦੀਆਂ। ਅੱਜ ਜਦੋਂ ਚੋਣਾਂ ਚਣਾ ਜੀ ਆ ਜਾਂਦੀਆਂ, ਕਿਉਂਕਿ ਉਦੋਂ ਵੀ ਸੱਤਾ ਸੀ, ਅੱਜ ਵੀ ਸੱਤਾ, ਉਦੋਂ ਵੀ ਕੁਰਸੀ ਦੀ ਲਾਲਸਾ ਸੀ, ਅੱਜ ਵੀ ਕੁਰਸੀ ਦੀ ਲਾਲਸਾ, ਉਦੋਂ ਵੀ ਕਿਤੇ ਨਾ ਕਿਤੇ ਸਾਧਨਾਂ ਦੇ ਉੱਤੇ ਕਬਜ਼ੇ ਦੀ ਭਾਵਨਾ ਸੀ, ਅੱਜ ਵੀ। ਕਿਤੇ ਕੋਈ ਇਦਾਂ ਦੇ ਬੋਲ ਸਾਡੇ ਕੰਨਾਂ 'ਚ ਕੋਈ ਅੱਜ ਵੀ ਨਹੀਂ ਪਾਉਂਦਾ। ਕਿਤੇ ਇਦਾਂ ਦੀ ਗੱਲ ਦਾ ਅਹਿਸਾਸ ਸਾਨੂੰ ਕਰਨਾ ਚਾਹੀਦਾ ਕਿ ਸਾਨੂੰ ਆਪਸ 'ਚ ਲੜਾ ਕੇ, ਪੜ੍ਹਾ ਕੇ, ਧਰਮ ਮੂਹਰੇ ਲਿਆ ਕੇ, ਜਾਤੀ ਮੂਹਰੇ ਲਿਆ ਕੇ, ਸੂਬਾ ਮੂਹਰੇ ਲਿਆ ਕੇ, ਕਿਸੇ ਵੀ ਤਰ੍ਹਾਂ ਦਾ ਮਸਲਾ ਲਿਆ ਕੇ ਸਾਨੂੰ ਆਪਸ 'ਚ ਪਾੜ ਕੇ ਕੋਈ ਬੰਦਾ ਤਾਕਤ ਤਾਂ ਨਹੀਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਕੋਈ ਵੀ ਹੋ ਸਕਦਾ। ਮੈਨੂੰ ਲੱਗਦਾ ਕਿ 47 ਦੇ ਵੇਲੇ ਮਿਲੀ ਆਜ਼ਾਦੀ ਦੇ ਦੁਖਾਂਤ ਦੇ ਵਿੱਚੋਂ ਸਭ ਤੋਂ ਵੱਡੀ ਸਿੱਖਿਆ ਤਾਂ ਇਹੀ ਲਈ ਜਾ ਸਕਦੀ ਹੈ। ਨਹੀਂ, ਬਿਲਕੁਲ ਲਈ ਜਾ ਸਕਦੀ, ਪਰ ਆਪਾਂ ਲਈ ਨਹੀਂ ਨਾ। ਕਿਉਂਕਿ ਦੇਖੋ, ਗੱਲ ਇਹ ਆ ਵੀ ਹੁਣ ਤੇ ਆਪਣੇ ਕੋਲ ਇੱਕ ਉਦਾਹਰਨ ਹੈ ਦੇਣ ਨੂੰ ਜੀ, ਵੀ 47 ਸੀ ਤੇ 47 'ਚ ਕੀ ਕੁਛ ਹੋਇਆ। ਪਰ ਜੇ ਆਪਾਂ 47 ਤੋਂ ਪਹਿਲਾਂ ਵੇਖੀਏ ਤੇ ਉਦੋਂ ਪਹਿਲਾਂ ਤੇ ਉਦਾਹਰਨ ਵੀ ਕੋਈ ਨਹੀਂ ਸੀ, ਕਿਉਂਕਿ ਸਦੀਆਂ ਤੋਂ ਲੋਕ ਰਹਿੰਦੇ ਆਉਂਦੇ ਸੀ, ਉਹੀ ਪਿੰਡ, ਉਹੀ ਟੋਬੇ, ਉਹੀ ਕੱਚੀਆਂ ਗਲੀਆਂ, ਉਹੀ ਭਾਈਚਾਰਾ। ਮੈਂ ਕਈ ਵਾਰ ਇਹ ਸੋਚਣ ਦੀ, ਸਮਝਣ ਦੀ ਕੋਸ਼ਿਸ਼ ਕਰਦਾ ਨਾ, ਪਰ ਮੇਰੇ ਸਾਹਮਣੇ ਉਹ ਤਸਵੀਰ ਬਣਦੀ ਨਹੀਂ ਕਿ ਵੀ ਜਿੱਦਾਂ ਆਪਾਂ ਹੁਣ ਅੱਜ ਦੇ ਪੰਜਾਬ ਦੇ ਪਿੰਡ ਦੇਖ ਲਓ, ਤੇ ਅੱਜ ਦੇ ਪੰਜਾਬ ਦੇ ਪਿੰਡਾਂ 'ਚ ਆਪਾਂ ਨੂੰ ਬਹੁਤਾ ਕਰਕੇ ਇੱਕ ਤਰ੍ਹਾਂ ਦਾ ਭਾਈਚਾਰਾ ਨਜ਼ਰ ਆਉਂਦਾ, ਬਹੁਤਾ ਕਰਕੇ ਇੱਕ ਧਰਮ ਨੂੰ ਮੰਨਣ ਵਾਲੇ ਲੋਕ ਨਜ਼ਰ ਆਉਂਦੇ ਨੇ। ਹਾਂ, ਉਹਨਾਂ ਦੇ ਵਿੱਚ ਥੋੜ੍ਹਾ ਬਹੁਤ ਜਾਤਾਂ ਦਾ ਫਰਕ, ਵੰਡੀਆਂ ਦਾ ਫਰਕ ਜਿਹੜਾ ਕਿ ਪਾ ਰੱਖਿਆ ਹੋਇਆ ਸ਼ੁਰੂ ਤੋਂ, ਜੋ ਨਾ ਜਾਣੇ ਕਿਉਂ ਪਾਇਆ, ਚਲੋ ਉਹ ਜ਼ਰੂਰ ਹੈਗਾ। ਪਰ ਆਪਾਂ ਇਹ ਥੋੜ੍ਹਾ ਕਿਤੇ ਤਸੱਵਰ ਕਰ ਸਕਦੇ ਹਾਂ ਕਿ ਵੀ ਹਾਂਜੀ ਯਾਰ, ਜਿਹੜਾ ਇੱਕ ਘਰ ਉਹ ਸਿੱਖ ਦਾ ਹੈ, ਉਹਦੇ ਨਾਲ ਦਾ ਘਰ ਮੁਸਲਮਾਨ ਬੰਦੇ ਦਾ, ਉਹਨੂੰ ਅਗਲਾ ਘਰ ਜਿਹੜਾ ਉਹ ਪੰਡਤਾਂ ਦਾ, ਉਹਨੂੰ ਅਗਲਾ ਘਰ ਕਿਸੇ ਹੋਰ ਦਾ, ਤੇ ਉਹਨਾਂ ਸਾਰਿਆਂ ਨੂੰ ਚੇਤਾ ਵੀ ਨਹੀਂ ਆਉਂਦਾ ਵੀ ਯਾਰ ਸਾਡੇ ਧਰਮਾਂ 'ਚ ਕੋਈ ਫਰਕ ਹੈ ਨਾ। ਹੁਣ ਜੇ ਉਹ ਵਾਲੇ ਬੰਦੇ ਜਿਨ੍ਹਾਂ ਨੂੰ ਕਦੀ ਵੀ ਨਹੀਂ ਸੀ ਲੱਗਦਾ ਵੀ ਹਾਂ ਇਹੋ ਜਿਹੀ ਵੀ ਕੋਈ ਗੱਲ ਹੁੰਦੀ ਹੈ, ਜੇ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨਾਂ ਦੇ ਮਨਾਂ 'ਚ ਉਹ ਜ਼ਹਿਰ ਭਰਿਆ ਜਾ ਸਕਦਾ, ਤੇ ਫਿਰ ਹੁਣ ਤੇ ਆਪਣੇ ਕੋਲੇ ਉਦਾਹਰਨਾਂ ਤੇ ਕਈ ਕੁਛ, ਉਦੋਂ ਬਾਅਦ ਉਹ ਭੜਕਾਉਣ ਵਾਲਿਆਂ ਕੋਲੇ ਤੇ ਤਰੀਕਾਂ ਵੀ ਹੁੰਦੀਆਂ ਵੀ ਇੰਨੀ ਨੂੰ ਆਹ ਹੋਇਆ, ਇੰਨੀ ਨੂੰ ਆਹ, ਇੰਨੀ ਨੂੰ ਆਹ ਆ। ਹੁਣ ਤੇ ਮੇਰੇ ਖਿਆਲ ਨਾਲ ਉਹ ਕੰਮ ਆ ਵੀ ਪੈਟਰੋਲ ਨਾਲ ਉਹ ਟਾਕੀ ਲਿਬੜੀ ਹੈ ਤੇ ਬਸ ਜਦੋਂ ਮਰਜ਼ੀ ਅਗਲੇ ਬੰਦੇ ਆਪਣੇ ਉਹ ਤੀਲੀ ਲਾ ਕੇ ਤੇ ਫੁਰ ਹੋ ਜਾਣ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਇਹ ਵੀ ਸੋਚਦਾ ਸੀ ਕਿ ਜਿਹਨਾਂ ਲੋਕਾਂ ਨੂੰ ਉਦੋਂ ਲੱਗਦਾ ਸੀ ਨਹੀਂ ਜੀ, ਕੋਈ ਕਹਿੰਦਾ ਸੀ ਪਾਕਿਸਤਾਨ ਹੀ ਬਣਨਾ ਚਾਹੀਦਾ, ਕੋਈ ਕਹਿੰਦਾ ਸੀ ਨਹੀਂ ਭਾਰਤ ਦੇ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਰੱਖਣਾ ਹੀ ਨਹੀਂ, ਭਾਰਤ ਸਾਡਾ, ਜੋ ਕੁਛ ਵੀ। ਜੇ ਅਸੀਂ ਖੱਟਿਆ ਗਵਾਇਆ ਉਧਰਲੇ ਪਾਸੇ ਨੂੰ ਦੇਖੀਏ ਤਾਂ ਮੈਨੂੰ ਲੱਗਦਾ ਜਿਹੜੇ ਬਹੁਤ ਸਾਰੇ ਲੋਕ ਪਾਕਿਸਤਾਨ ਦੇ ਵਿੱਚ ਗਏ ਭਾਰਤ ਦੇ ਵਿੱਚੋਂ, ਉਹਨਾਂ ਨੂੰ ਮੁਕੰਮਲ ਸ਼ਹਿਰੀ ਦਾ ਦਰਜਾ ਮਿਲ ਗਿਆ। ਉਹਨਾਂ ਨੂੰ ਲੋਕ ਇੱਕ ਨਜ਼ਰ ਦੇ ਨਾਲ ਦੇਖਣ ਲੱਗ ਪਏ। ਉਹਨਾਂ ਨੂੰ ਉਹ ਸਿਆਸਤਦਾਨ ਜਿਹੜੇ ਕਹਿੰਦੇ ਸੀ ਕਿ ਭਾਈ ਸਾਡੇ ਕੋਲੇ ਸਾਰਾ ਕੁਝ ਵੱਖਰਾ ਚਾਹੀਦਾ, ਅਸੀਂ ਵੈਸੇ ਪਾਕਿਸਤਾਨ ਨੂੰ ਵੀ ਮੁਬਾਰਕ ਦਿੰਦੇ ਹਾਂ, ਕਿਉਂਕਿ ਉਹਨਾਂ ਨੂੰ ਵੀ ਆਜ਼ਾਦੀ ਦਿਹਾੜਾ ਹੁਣੇ 14 ਤਰੀਕ ਨੂੰ ਨਿਕਲ ਕੇ ਗਿਆ। ਜਿੱਥੇ ਵੀ ਹੈ ਅੱਜ ਦੇ ਹੀ ਦਿਨ 15 ਤਰੀਕ ਨੂੰ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਦਾ ਵੀ ਆਜ਼ਾਦੀ ਦਿਹਾੜਾ ਹੈ, ਕਾਂਗੋ ਦਾ ਵੀ ਆਜ਼ਾਦੀ ਦਿਹਾੜਾ ਹੈ, ਇੱਥੋਂ ਤੱਕ ਕਿ ਬਹਿਰੀਨ ਦਾ ਵੀ ਆਜ਼ਾਦੀ ਦਿਹਾੜਾ ਹੈ। ਵੱਖ-ਵੱਖ ਦੇਸ਼ਾਂ ਤੋਂ ਉਹਨਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਪਰ ਹਾਲਾਤ ਕੀ ਨੇ? ਭਾਰਤ ਦੇ ਵਿੱਚ ਵੀ ਪੰਜਾਬ 'ਚ ਬਹੁਤ ਸਾਰੇ ਲੋਕ ਆਏ ਹੁੰਦੇ ਆ, ਹਾਲਾਂਕਿ ਉਹਨਾਂ ਜ਼ਿਆਦਾ ਫਰਕ ਨਹੀਂ, ਪਰ ਫਿਰ ਵੀ ਕਦੇ-ਕਦੇ ਗੱਲਾਂ ਸੁਣੀ ਯਾਰ ਉਧਰੋਂ ਆਏ ਆ। ਵੈਸੇ ਗੱਲ ਹੀ ਆ ਵੀ ਜਾਣੀ ਜਿਸ ਥਾਂ ਦੀ ਆਪਣੀ ਮੰਨ ਕੇ ਬੰਦਾ ਆਉਂਦਾ ਹੈ, ਜੇ ਉੱਥੇ ਵੀ ਕਿਤੇ ਨਾ ਕਿਤੇ ਕਿਸੇ ਦੇ ਮਨ ਦੇ ਵਿੱਚ ਮਾੜਾ ਮੋਟਾ ਵੀ ਵਿਹਾਰ ਇਦਾਂ ਦਾ
ਤਾਂ ਫਿਰ ਸੋਚਣਾ ਚਾਹੀਦਾ ਕਿ ਭਾਈ ਧਰਤੀ ਇੱਕ, ਹਵਾ ਇੱਕ, ਪਾਣੀ ਇੱਕ, ਸਾਹ ਇੱਕ ਤਰ੍ਹਾਂ ਲੈਨੇ, ਲੱਤਾਂ ਦੋ, ਬਾਹਾਂ ਦੋ, ਸਿਰ ਇੱਕ, ਫਰਕ ਕਾਹਦੇ ਬਾਈ? ਫਰਕ ਹੈ ਵਾਟ ਸਾਹਿਬ ਮੈਨੂੰ ਲੱਗਦਾ ਵੀ ਪੜ੍ਹਾਈ 'ਚ। ਕਿਉਂਕਿ ਮੈਨੂੰ ਇਹ ਜਾਪਦਾ ਹੁੰਦਾ ਹੈ ਕਿ ਵੀ ਇਨਸਾਨ ਜਦੋਂ ਜਨਮ ਲੈਂਦਾ ਉਦੋਂ ਹੁੰਦਾ ਤੇ ਉਹ ਕੋਰੀ ਸਲੇਟ ਵਾਂਗੂ ਹੀ ਆ। ਤੇ ਹੁਣ ਜੇ ਆਪਾਂ ਇਹ ਦੇਖੀਏ ਵੀ ਜੇ ਆਪਾਂ ਬੋਲੀਆਂ ਦੀ ਗੱਲ ਕਰ ਲਈਏ, ਦੁਨੀਆ 'ਚ ਕਿਤੇ ਥੋੜ੍ਹੀਆਂ ਬੋਲੀਆਂ, ਤੇ ਜਦੋਂ ਆਪਾਂ ਕੋਈ ਐਸੀ ਬੋਲੀ ਸੁਣਦੇ ਹਾਂ ਜਿਹਦਾ ਆਪਾਂ ਨੂੰ ਕੋਈ ਦੂਰ ਨੇੜੇ ਤੱਕ ਵੀ ਕੋਈ ਤੰਦ ਨਾ ਜੁੜਦੀ ਹੋਵੇ, ਤੇ ਆਪਾਂ ਨੂੰ ਲੱਗਦਾ ਯਾਰ ਇਹ ਬੰਦੇ ਕੀ ਗੱਲਾਂ ਕਰਦੇ। ਹਾਲਾਂਕਿ ਜਿਹੜੇ ਉਹ ਗੱਲਾਂ ਕਰਦੇ ਉਹਨੂੰ ਲੱਗਦਾ ਵੀ ਯਾਰ ਸਾਡੇ ਨਾਲ ਦੀ ਬੋਲੀ ਕੋਈ ਨਹੀਂ ਹੈਗੀ। ਹੁਣ ਉਹ ਜਿਹੜੀਆਂ ਬੋਲੀਆਂ ਨੇ ਉਹ ਵੀ ਕਿਸੇ ਨੇ ਆਜ਼ਾਦ ਕੀਤੀਆਂ। ਆਜ਼ਾਦ ਉਹ ਕਿੱਥੋਂ ਹੀ ਆ, ਕਿਉਂਕਿ ਉਸ ਹਿਸਾਬ ਨਾਲ ਉਹਨਾਂ ਦੀ ਪੜ੍ਹਾਈ ਹੋ ਗਈ, ਉਸ ਹਿਸਾਬ ਨਾਲ ਉਹਨਾਂ ਦਾ ਦਿਮਾਗ ਕੰਮ ਕਰਨ ਲੱਗ ਪਿਆ। ਹੁਣ ਗੱਲ ਇਹ ਆ ਵੀ ਇਹਦਾ ਮਤਲਬ ਇਹ ਹੋ ਗਿਆ ਕਿ ਇਨਸਾਨ ਜਦੋਂ ਆਉਂਦਾ ਉਦੋਂ ਹੁੰਦਾ ਕੋਰੀ ਸਲੇਟ, ਇੱਥੇ ਆ ਕੇ ਉਹਨੂੰ ਜਿਵੇਂ ਦਾ ਪੜ੍ਹਾ ਕੇ ਬਣਾ ਲਓ ਉੱਦਾਂ ਦਾ ਉਹਨੇ ਬਣ ਜਾਣਾ। ਤੇ ਹੋ ਸਕਦਾ ਵੀ ਕਿਤੇ ਨਾ ਕਿਤੇ ਜਿਹੜੀ ਹੁਣ ਤੱਕ ਦੀ ਕਹਿ ਲਓ ਕਿ ਵੀ ਪੜ੍ਹਾਈ ਕਰਾਈ ਜਾ ਰਹੀ ਹੈ ਜਾਂ ਆਉਣ ਵਾਲੇ ਦਿਨਾਂ 'ਚ ਕਰਾਈ ਜਾਊਗੀ, ਉਹਦਾ ਵੀ ਕਿਤੇ ਬਹੁਤ ਵੱਡਾ ਰੋਲ ਹੋਵੇ ਵੀ ਆਪਾਂ ਕਿੱਦਾਂ ਦੇ ਹੋਵਾਂਗੇ ਜਾਂ ਨਿਆਣੇ ਕਿੱਦਾਂ ਦੇ ਬਣਨੇ ਆ। ਦੋ ਚੀਜ਼ਾਂ ਜੇ ਤੁਸੀਂ ਹੁਣੇ ਮੁੱਦਾ ਚੁੱਕਿਆ ਤੇ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ, ਅਸੀਂ ਸਾਰੇ ਰੱਬ ਤੇ ਵਿਸ਼ਵਾਸ ਕਰਦੇ ਆ ਨਾ, ਧਰਮ ਨੂੰ ਮੰਨਦੇ ਆ ਨਾ, ਅਸੀਂ ਇਹ ਮੰਨ ਕੇ ਚੱਲਦੇ ਆ ਨਾ ਕਿ ਦੁਨੀਆ ਨੂੰ ਕੋਈ ਚਲਾਉਣ ਵਾਲਾ, ਉਹਦੇ ਅੱਗੇ ਸਿਰ ਝੁਕਾਉਂਦੇ ਆ। ਜਿੱਥੇ ਸਿਰ ਝੁਕਾਉਣਾ ਉੱਥੋਂ ਦੇ ਧਾਰਮਿਕ ਸਥਾਨ ਬਣੇ ਹੋ ਆ। ਅਸੀਂ ਹਮੇਸ਼ਾ ਕਹਿੰਦੇ ਕਿ ਮਹਾਰਾਜ ਸੁੱਖ ਰੱਖੀ। ਫਿਰ ਜਿਹੜੇ ਮਹਾਰਾਜ ਦੇ ਉੱਤੇ ਇੰਨੀ ਟੇਕ ਹੈ, ਜਿਹੜੇ ਮਹਾਰਾਜ ਦੇ ਕਰਕੇ ਸਾਨੂੰ ਲੱਗਦਾ ਕਿ ਸਾਰਾ ਕੁਝ ਚੱਲਦਾ ਤੇ ਚੱਲਦਾ ਵੀ ਹੈ, ਉਸ ਰੱਬ ਨੇ ਜਦੋਂ ਬੱਚੇ ਨੂੰ ਦੁਨੀਆ ਤੇ ਭੇਜਿਆ, ਉਹਨੇ ਤਾਂ ਸਿੱਖ, ਹਿੰਦੂ, ਮੁਸਲਮ, ਈਸਾਈ ਬਣਾ ਕੇ ਨਹੀਂ ਭੇਜਿਆ। ਅਸੀਂ ਬਣਾਉਣੇ ਬਾਅਦ ਚ। ਸਭ ਤੋਂ ਪਹਿਲਾਂ ਘਰੇ ਬੱਚਾ ਥੋੜਾ ਜਿਹਾ ਵੱਡਾ ਹੁੰਦਾ, ਥੋੜਾ ਜਿਹਾ ਜੇ ਸਕੂਲ ਨਹੀਂ ਜਾਣ ਲੱਗਦਾ, ਤੁਸੀਂ ਸਕੂਲ ਵਾਲੀ ਐਜੂਕੇਸ਼ਨ ਤੇ ਗਏ ਸੀ, ਅਸੀਂ ਦੱਸਦੇ ਹਾਂ ਨਹੀਂ ਤੂੰ ਉਹਦੇ ਕੋਲ ਨਹੀਂ ਜਾਣਾ, ਉਹ ਗੰਦੇ ਆ, ਉਹ ਫਲਾਨੇ ਆ। ਜਾਣੀ ਰੱਬ ਨੇ ਨਹੀਂ ਸਾਡੇ ਬੱਚੇ ਨੂੰ ਸਿਖਾ ਕੇ ਭੇਜਿਆ, ਤੇ ਅਸੀਂ ਰੱਬ ਤੋਂ ਵੱਡੇ ਹੋ ਗਏ ਕਿ ਉਸ ਬੱਚੇ ਨੂੰ ਅਸੀਂ ਵੱਖਰੇ ਵੱਖਰੇ ਭਾਵ ਦੱਸਣ ਲੱਗ ਪਏ ਕਿ ਆਹ ਮਾੜਾ ਤੇ ਆਹ ਚੰਗਾ। ਸਾਡੇ ਕੋਲ ਕੀ ਅਧਿਕਾਰ ਹੈ ਬਈ? ਸਾਡੇ ਕੋਲ ਕੀ ਹੱਕ ਹੈ ਬਈ? ਅਸੀਂ ਧਰਮ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਸੂਬੇ ਦੇ ਆਧਾਰ ਤੇ, ਦੇਸ਼ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਦੇ ਉੱਤੇ ਅਸੀਂ ਵੰਡਣਾ ਸ਼ੁਰੂ ਕਰ ਦਈਏ। ਉਹ ਮਾੜਾ, ਉਹ ਕੋਈ ਭਾਸ਼ਾ ਹੈ, ਇੱਦਾਂ ਬੋਲਦੇ ਨਾ, ਉਹ ਕੋਈ ਬੰਦੇ ਆ, ਉਹ ਫਲਾਣੇ ਬੰਦੇ ਨਹੀਂ ਚੰਗੇ ਹੁੰਦੇ ਨਾ। ਤੁਸੀਂ ਕਿਹੜਾ ਮੀਟਰ ਲਾ ਕੇ ਦੇਖ ਲਿਆ ਵੀ? ਜੇ ਮੰਦਿਰ, ਗੁਰਦੁਆਰੇ, ਮਸਜਿਦ, ਗਿਰਜਾ ਘਰ ਕਿਤੇ ਵੀ ਜਾਂਦੇ ਹੋ, ਜੇ ਸਿਰ ਝੁਕਾਉਂਦੇ ਹੋ, ਜੇ ਲੱਗਦਾ ਹੈ ਕਿ ਭਾਈ ਇਸ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਕੋਈ ਹੈਗਾ ਤੇ ਉਹਦੇ ਤੋਂ ਡਰਦੇ ਹੋ, ਫਿਰ ਉਹਦੇ ਉੱਪਰ ਦੀ ਹੋ ਕੇ ਫੈਸਲਾ ਕਿਉਂ ਕਰਦੇ ਹੋ ਵੀ ਇਦਾਂ ਦਾ? ਨਿਆਣੇ ਨੂੰ ਪਾਲਣ ਦੇ ਨੂੰ ਬੰਦਾ ਬਣਾਓ। ਰੱਬ ਨੇ ਜੇ ਬੰਦਾ ਬਣਾ ਕੇ ਭੇਜਿਆ, ਘੱਟੋ ਘੱਟ ਉਹਨੂੰ ਬੰਦਾ ਰਹਿਣ ਦਿਓ। ਜੇ ਉਹਦੇ ਵਿੱਚ ਕੋਈ ਸੁਧਾਰ ਨਹੀਂ ਕਰ ਸਕਦੇ ਤਾਂ ਇਦਾਂ ਦੇ ਵਿਗਾੜ ਨਾ ਪਾਓ। ਨਾਲੇ ਇੱਕ ਗੱਲ ਹੋਰ ਵੀ ਹੈ ਨਾ, ਆਪਾਂ ਕਈ ਉਦਾਹਰਨਾਂ ਦੇਖਦੇ ਹਾਂ। ਕੋਈ ਬੰਦਾ ਪਹਿਲਾਂ ਮੁਸਲਮਾਨ ਸੀ, ਫਿਰ ਉਹਨੂੰ ਹਿੰਦੂ ਧਰਮ ਅੱਛਾ ਲੱਗਾ, ਉਹ ਹਿੰਦੂ ਬਣ ਗਿਆ। ਕੋਈ ਬੰਦਾ ਹਿੰਦੂ ਸੀ, ਉਹਨੂੰ ਲੱਗਾ ਨਹੀਂ ਯਾਰ ਮੈਂ ਸਿੱਖ ਧਰਮ ਜਾਣਾ, ਉਹ ਬੰਦਾ ਸਿੱਖ ਹੀ 'ਚ ਆ ਗਿਆ। ਆਪਾਂ ਇਹ ਵੀ ਦੇਖਦੇ ਹਾਂ ਵੀ ਅੱਜ ਦੀ ਡੇਟ 'ਚ ਬਹੁਤ ਸਾਰੇ ਹਿੰਦੂ ਪਰਿਵਾਰ ਨੇ ਜਾਂ ਕੁਝ ਸਿੱਖ ਪਰਿਵਾਰ ਵੀ ਨੇ, ਉਹ ਕਹਿੰਦੇ ਨਹੀਂ ਅਸੀਂ ਈਸਾਈ ਬਣਨਾ ਜੀ, ਉਹ ਬਣ ਜਾਂਦੇ ਆ। ਹੁਣ ਗੱਲ ਇਹ ਆ ਵੀ ਜਿਹੜਾ ਧਰਮ ਆ, ਜੇ ਮੰਨ ਲਓ ਉਹਦੇ ਮਨ 'ਚੋਂ ਆਵਾਜ਼ ਆਉਂਦੀ ਆ ਵੀ ਯਾਰ ਮੈਂ ਰੱਬ ਨੂੰ ਇੱਦਾਂ ਮੰਨਣਾ, ਬਾਈ ਚੋਇਸ ਉਹ ਬੰਦਾ ਉਹ ਬਣਨਾ ਚਾਹੇ, ਇਹ ਮੇਰੇ ਖਿਆਲ ਨਾਲ ਜਿਹੜਾ ਬੰਦਾ ਬਾਈ ਚੋਇਸ ਉਸ ਪਾਸੇ ਜਾਂਦਾ, ਉਹ ਤੇ ਮੰਨਿਆ ਵੀ ਠੀਕ ਹੈ ਯਾਰ ਅਗਲੇ ਦੀ ਮਰਜ਼ੀ ਹੈ। ਪਰ ਜਿਹੜਾ ਅਗਲੇ ਦੇ ਉੱਪਰ ਥੋਪਣਾ ਵੀ ਨਾ ਤੂੰ ਫਲਾਨਾ ਬਣ, ਜੇ ਤੂੰ ਨਹੀਂ ਬਣਦਾ ਫਿਰ ਇੱਦਾਂ, ਉਹ ਮੇਰੇ ਖਿਆਲ ਨਾਲ ਉਹ ਅੱਜ ਦੀ ਗੱਲ ਨਹੀਂ ਹੈਗੀ। ਹੋ ਸਕਦਾ ਕਈ ਬੰਦੇ ਸੋਚਣ ਵੀ ਯਾਰ ਆਪਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਦੀ ਗੱਲ ਥੋੜ੍ਹਾ, ਇਹ ਤਾਂ ਸਦੀਆਂ ਤੋਂ ਤੁਰਿਆ ਆਉਂਦਾ ਕੰਮ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਬੰਦੇ ਦੀ ਆਪਣੀ ਮੈਂ ਆ, ਵੀ ਜਿੱਦਾਂ ਮੈਂ ਕਹਿੰਦਾ ਤੂੰ ਉੱਦਾਂ ਕਰ, ਵੀ ਮੇਰੇ ਹਿਸਾਬ ਨਾਲ ਰੱਬ ਆ, ਤੇਰੇ ਹਿਸਾਬ ਨਾਲ ਹੈ ਨਹੀਂ ਜੀ। ਆਹ ਜਿਹੜੀ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਸਮਝਦਾਨੀ ਹੈ ਨਾ, ਇਹ ਕਿਤੇ ਥੋੜ੍ਹੀ ਜਿਹੀ ਸਹੀ ਹੋ ਜਾਵੇ ਆਪਣੀ, ਤੇ ਜਿੰਨੀਆਂ ਆਪਾਂ 3600 ਉਲਝਣਾ ਉਹ ਸਾਰੀਆਂ ਹੱਲ ਹੋ ਜਾਣ। ਸੰਧਾਲੀਆ ਸਾਹਿਬ, ਆ ਬਠਿੰਡੇ ਦੀ ਇੱਕ ਘਟਨਾ ਹੈ, ਮੈਨੂੰ ਲੱਗਦਾ ਕਿ ਉਹ ਸਾਡੇ ਲਈ ਸਿੱਖਿਆ ਸਭ ਤੋਂ ਵੱਡੀ ਹੈ। ਬੰਦਾ ਕੰਮ ਤੇ ਜਾਂਦਾ ਹੈ, ਛੋਟੇ ਟਰੱਕ 'ਚ ਜਾ ਰਿਹਾ, ਟਾਇਰ ਫਟ ਗਿਆ, ਟਾਇਰ ਨੂੰ ਨਹੀਂ ਪਤਾ ਕਿ ਮੈਨੂੰ ਕੌਣ ਚਲਾਉਂਦਾ, ਹਿੰਦੂ ਚਲਾਉਂਦਾ, ਸਿੱਖ ਚਲਾਉਂਦਾ, ਮੁਸਲਮਾਨ ਕਿ ਈਸਾਈ, ਕਿਹੜੀ ਜਾਤ ਦਾ, ਕਿਹੜੇ ਸੂਬੇ ਦਾ। ਉਹਦੇ ਤੋਂ ਬਾਅਦ ਟਾਇਰ ਫਟ ਗਿਆ ਤੇ ਉਹ ਛੋਟਾ ਟਰੱਕ ਉਲਟ ਗਿਆ। ਇਹ ਜੇ ਤਾਜ਼ੀ ਘਟਨਾ ਕੁਝ ਘੰਟੇ ਪਹਿਲਾਂ ਦੀ, ਸਾਰੀ ਦੁਨੀਆ ਨੂੰ ਪਤਾ ਹੈ। ਤੇ ਸੜਕ ਦੇ ਨਾਲ ਜਿਹੜੀ ਗ੍ਰਿਲ ਲੱਗੀ ਹੈ, ਉਹਦੇ ਵਿੱਚ ਸਰੀਆ, ਲੋਹੇ ਦੀਆਂ ਰਾਡਾਂ, ਉਹ ਬੰਦਾ ਸਿੱਧਾ ਭੁੜਕ ਕੇ ਉਹਦੇ ਉੱਪਰ ਡਿੱਗਿਆ ਤੇ ਰਾੜ ਆਰ ਪਾਰ ਹੋ ਗਈ। ਉਹ ਲੋਹੇ ਦੀ ਰਾੜ ਨੂੰ ਨਹੀਂ ਪਤਾ ਕਿ ਸਿੱਖ ਹੈ, ਹਿੰਦੂ ਹੈ, ਮੁਸਲਮ ਹੈ ਕਿ ਈਸਾਈ ਹੈ। ਉਹਦੇ ਤੋਂ ਬਾਅਦ ਉੱਥੇ ਲੋਕ ਖੜੇ ਸੀ, ਪਹਿਲਾਂ ਤਾਂ ਜਦੋਂ ਤੁਹਾਡੇ ਆਰ ਪਾਰ ਹੋ ਜਾ ਬਚਣ ਦੀ ਸੰਭਾਵਨਾ ਕੋਈ ਨਹੀਂ, ਕੋਈ ਨਾ ਕੋਈ ਤਾਕਤ ਹੈਗੀ ਹੈ। ਉਹਦੇ ਹਾਰਟ ਤੋਂ ਅੱਧਾ ਕੁ ਸੈਂਟੀਮੀਟਰ ਦੂਰ ਦੀ ਉਹ ਰਾੜ ਲੰਘੀ, ਨਹੀਂ ਤਾਂ ਬਚਣਾ ਨਹੀਂ ਸੀ। ਲੋਕਾਂ ਹਿੰਮਤ ਕੀਤੀ, ਉਹਨਾਂ ਨੇ ਇਹ ਨਹੀਂ ਦੇਖਿਆ ਕਿ ਭਾਈ ਇਹਦਾ ਪਹਿਲਾਂ ਆਧਾਰ ਕਾਰਡ ਦੇਖੋ, ਇਹਦਾ ਰਾਸ਼ਨ ਕਾਰਡ ਦੇਖੋ, ਇਹਦਾ ਜਾਤੀ ਸਰਟੀਫਿਕੇਟ ਦੇਖੋ। ਉਹਨਾਂ ਦੇ ਅੰਦਰੋਂ ਬੰਦਾ ਜਾਗਿਆ, ਮਨੁੱਖ ਜਾਗਿਆ ਕਿ ਭਾਈ ਇਹਨੂੰ ਚੱਕੋ, ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਜੇ ਮਨੁੱਖ ਨਾ ਜਾਗਿਆ ਹੁੰਦਾ, ਕਹਿੰਦੇ ਨਹੀਂ ਯਾਰ ਮੁੜ ਕੇ ਬੰਦੇ ਨੂੰ ਕੱਲ੍ਹ ਨੂੰ ਕੁਛ ਹੋ ਗਿਆ, ਸਾਨੂੰ ਪੁਲਿਸ ਧੱਕੇ ਮਾਰਦੀ ਫਿਰੂਗੀ, ਸਾਨੂੰ ਅਦਾਲਤਾਂ ਜਾਣਾ ਪਊਗਾ, ਕਿਤੇ ਗੱਲ ਨਾ ਪੈ ਜਾਵੇ ਨਾ। ਉਸ ਲਈ ਧਰਮ ਨਹੀਂ ਜਾਗਿਆ, ਉਸ ਲਈ ਕੁਛ ਨਹੀਂ ਜਾਗਿਆ, ਉਸ ਲਈ ਬੰਦਾ ਜਾਗਿਆ ਉਹਦੇ ਅੰਦਰੋਂ। ਉਹਦੇ ਤੋਂ ਬਾਅਦ
ਜਿਹੜੇ ਹਸਪਤਾਲ ਲੈ ਕੇ ਗਏ ਆ, ਉੱਥੇ ਡਾਕਟਰ ਨੇ, ਨਰਸ ਨੇ, ਉਹਨਾਂ ਦੇ ਸਹਾਇਕ ਨੇ, ਮੈਡੀਕਲ ਸਟੋਰ ਦੇ ਵਿੱਚੋਂ ਦਵਾਈ ਦੇਣ ਵਾਲੇ ਨੇ, ਉੱਥੇ ਸਫਾਈ ਕਰਨ ਵਾਲੇ ਨੇ, ਉਹਦਾ ਸਟ੍ਰੈਚਰ ਜਿਹੜਾ ਖਿੱਚ ਕੇ ਲੈ ਕੇ ਜਾਣ ਵਾਲੇ ਨੇ, ਉਹਦੀਆਂ ਮੁੜ ਕੇ ਚਾਦਰਾਂ ਧੋਣ ਵਾਲੇ ਨੇ। ਉਹਨਾਂ ਨੇ ਕਿਤੇ ਇਹ ਥੋੜੀ ਦੇਖਿਆ ਕਿ ਭਾਈ ਇਹ ਹਿੰਦੂ ਹੈ, ਸਿੱਖ ਹੈ, ਮੁਸਲਮ ਹੈ ਕਿ ਈਸਾਈ ਹੈ, ਜਾਂ ਕਿਹੜੀ ਜਾਤੀ ਦਾ, ਕਿਹੜੇ ਧਰਮ ਦਾ, ਜਿਹੜੀ ਭਾਸ਼ਾ ਬੋਲਣ ਵਾਲਾ। ਉਹਨਾਂ ਨੇ ਆਪਣਾ ਇੱਕ ਮਨੁੱਖ ਦੇ ਤੌਰ ਤੇ ਕੰਮ ਕੀਤਾ। ਤਾਂ ਜੇ ਸਾਨੂੰ ਬਠਿੰਡੇ ਵਾਲੀ ਘਟਨਾ ਦੇ ਵਿੱਚੋਂ ਵੀ ਇਹ ਨਹੀਂ ਪਤਾ ਲੱਗਦਾ ਕਿ ਭਾਈ ਸਾਡਾ ਸਭ ਤੋਂ ਪਹਿਲਾਂ ਮਨੁੱਖ ਹੋਣਾ ਜ਼ਰੂਰੀ ਹੈ, ਫਿਰ ਤਾਂ ਦੁੱਖ ਹੀ ਹੋਊਗਾ ਭਾਈ। ਨਹੀਂ ਇਹ ਨਾ 90-95% ਆਪਾਂ ਬੰਦੇ ਹੀ ਰਹਿੰਦੇ ਆ ਜੀ। ਹੁਣ ਸਾਰੇ ਦਿਨ ਦੀਆਂ 100 ਘਟਨਾਵਾਂ, ਇਹ ਤਾਂ ਚਲੋ ਇੱਕ ਘਟਨਾ ਹੋ ਗਈ ਨਾ। ਹੁਣ ਬੰਦਾ ਘਰੋਂ ਨਿਕਲਦਾ, ਲੈ ਮੈਂ ਸਬਜ਼ੀ ਲੈ ਆਵਾਂ, ਹੁਣ ਸਬਜ਼ੀ ਲੈਣ ਗਿਆ, ਉੱਥੇ ਕਿਤੇ ਉਹਨੂੰ ਪੁੱਛਣ ਜਾਂਦਾ ਵੀ ਹਾਂ ਭਾਈ ਤੂੰ ਪਹਿਲਾਂ ਸਰਟੀਫਿਕੇਟ ਵਿਖਾ ਆਪਣਾ। ਫਿਰ ਇਹ ਵੀ ਨਹੀਂ ਕੋਈ ਪੁੱਛਦਾ ਵੀ ਆਹ ਜਿਹੜੇ ਕੱਦੂ ਆਏ ਆ ਇਹ ਭਲਾ ਕਿਹੜੇ ਵੱਲੋਂ ਆਏ ਆ। ਓਕੇ ਅੱਛਾ, ਨਹੀਂ ਫਿਰ ਇਹ ਨਹੀਂ ਲੈਣੇ, ਤੂੰ ਐਂ ਕਰ ਕਰੇਲਿਆਂ ਵਾਲੇ ਪਾਸੇ ਹੋ ਜਾ। ਆਪਾਂ ਬਿਲਕੁਲ ਨਹੀਂ ਕਰਦੇ। ਹੁਣ ਦੋਜੀ ਆ ਦੁੱਧ ਪਾਉਣ ਆਉਂਦਾ, ਕੋਈ ਵੀ ਨਹੀਂ ਬੂਹੇ ਤੇ ਪੁੱਛਦਾ, ਸਗਲਾ ਅੱਗੇ ਕਰ ਦਿੰਦੇ। ਸ਼ਹਿਰ ਦੇ ਹਿਸਾਬ ਨਾਲ ਆਪਾਂ ਗੱਲ ਕਰ ਲਈਏ, ਉਹ ਪੁੱਛਣ ਜਾਂਦਾ ਵੀ ਹਾਂ ਭਾਈ ਤੂੰ ਕਿਹਨੂੰ ਮੰਨਦਾ। ਇਹਦਾ ਮਤਲਬ ਇਹ ਹੋਇਆ ਵੀ 90-95% ਆਪਾਂ ਬੰਦੇ ਰਹਿੰਦੇ ਆ, ਬੰਦੇ ਦੇ ਪੁੱਤਾਂ ਵਾਂਗੂ ਰਹਿੰਦੇ ਆ, ਬਹੁਤ ਵਧੀਆ ਜ਼ਿੰਦਗੀ ਚੱਲਦੀ ਆ। ਉਨੀ ਦੇਰ ਤੱਕ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੀ ਦੇਰ ਤੱਕ ਉਹ ਟੀਕਾ ਨਾ ਲਾਵੇ। ਬਿਲਕੁਲ ਠੀਕ ਹੈ। ਹੁਣ ਸਵਾਲ ਸਿਰਫ ਉੱਥੇ ਕਰਨ ਦੀ ਲੋੜ ਹੁੰਦੀ ਆ ਵੀ ਯਾਰ ਜਿਹੜਾ ਬੰਦਾ ਟੀਕਾ ਲਾ ਰਿਹਾ ਉਹਦਾ ਸਵਾਰਥ ਕੀ ਹੈ। ਮੇਰੇ ਖਿਆਲ ਨਾਲ ਜਿੱਦਣ ਆਪਾਂ ਉੱਥੇ ਕੁਐਸਚਨ ਕਰਨ ਲੱਗ ਪਏ, ਬਹੁਤ ਸਾਰੇ ਮਸਲੇ ਹੱਲ ਹੋ ਜਾਣੇ। ਸੰਧਾਲੀਆ ਸਾਹਿਬ, ਇਹ ਤੁਸੀਂ ਠੀਕ ਨਬਜ਼ ਫੜੀ ਹੈ। ਆਪਾਂ 5 ਸਾਲਾਂ ਦੇ ਵਿੱਚੋਂ 4 ਸਾਲ 10 ਮਹੀਨੇ ਬੰਦੇ ਰਹਿੰਦੇ ਆ ਵੋਟਾਂ ਤੋਂ ਪਹਿਲਾਂ। ਕਿਸੇ ਦੇ ਨੌਕਰੀ ਨਾ ਮਿਲੇ, ਸਾਨੂੰ ਸਾਰਿਆਂ ਨੂੰ ਦੁੱਖ। ਕਿਸੇ ਨਾਲ ਕੋਈ ਬਿਮਾਰੀ ਨਾ, ਕੋਈ ਚੱਲ ਵਸੇ ਇਲਾਜ ਨਾ ਕਰਾ ਸਕੇ, ਸਾਨੂੰ ਸਾਰਿਆਂ ਨੂੰ ਦੁੱਖ। ਪਾਣੀ ਮਾੜਾ ਆਵੇ, ਥੋੜਾ ਆਵੇ, ਬੱਤੀ ਘੱਟ ਆਵੇ, ਮੱਛਰ ਸਾਰਿਆਂ ਦੇ ਲੜਦਾ, ਸਾਨੂੰ ਸਾਰਿਆਂ ਨੂੰ ਦੁੱਖ। ਕੈਂਸਰ ਕਿਸੇ ਨੂੰ ਹੋ ਜਾਏ, ਸਾਰੇ ਪਿੰਡ ਨੂੰ ਦੁੱਖ। ਕੋਈ ਮਾੜੀ ਚੰਗੀ ਘਟਨਾ ਵਾਪਰੇ, ਜਿੱਥੇ ਪ੍ਰਬੰਧਾਂ ਦੀ ਘਾਟ ਹੈ, ਸਾਨੂੰ ਸਾਰਿਆਂ ਨੂੰ ਦੁੱਖ। ਬਸ ਆਖਰੀ ਜਿਹੜੇ 2 ਮਹੀਨੇ ਆ, ਉੱਥੇ ਮਾੜਾ ਮਾੜਾ ਦਾਰੂ ਪਿਆਲਾ, ਥੋੜੇ ਬਹੁਤ ਕਿਤੇ ਨਾ ਕਿਤੇ ਰੁਪਈਏ, ਕੋਈ ਧਰਮ ਤੇ ਕੋਈ ਜਾਤੀ ਦੇ ਆਧਾਰ ਦੇ ਉੱਤੇ ਕੰਮ ਕਰਨ ਲੱਗ ਪੈਂਦਾ। ਅਸੀਂ 4 ਸਾਲ 10 ਮਹੀਨੇ ਬੰਦੇ ਰਹਿ ਕੇ ਆ ਜਿਹੜੇ ਆਖਰੀ 50-60 ਦਿਨ ਹੁੰਦੇ ਆ, ਉਹਦੇ ਵਿੱਚ ਜਦੋਂ ਭੱਚੇ ਚ ਆ ਜਾਂਦੇ ਆ ਕਿ ਭਾਈ ਅਸੀਂ ਬੰਦੇ ਤੋਂ ਕੋਈ ਹੋਰ ਕੁਛ ਬਣਨ ਨੂੰ ਵੱਧਦੇ ਆ, ਉੱਥੇ ਜਾ ਕੇ ਕੰਮ ਉਲਟ ਜਾਂਦਾ। ਪਰ ਹੋ ਸਕਦਾ ਐਤਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਲੋਕਾਂ ਨੂੰ ਜਦੋਂ ਇੰਨੇ ਪਹਿਲਾਂ ਕੋਈ ਦੱਸਣ ਵਾਲਾ ਹੁੰਦਾ, ਗੱਲ ਉਸ ਮੁੱਦੇ ਤੇ ਤੁਰਦੀ ਹੈ, ਸ਼ਾਇਦ ਉਹਨਾਂ ਨੂੰ ਲੱਗੇ ਯਾਰ ਗੱਲ ਕਿਹੜੀ ਹੈ। ਜੇ ਅਸੀਂ 4 ਸਾਲ ਤੇ 10 ਮਹੀਨੇ ਪਹਿਲਾਂ ਕੱਟ ਸਕਦੇ ਬੰਦੇ ਵਾਂਗੂ, ਆ 2 ਮਹੀਨੇ ਕੱਟਣੇ ਕਿਹੜਾ ਸੌਖੇ ਨੇ। ਨਹੀਂ ਬਿਲਕੁਲ ਹੋ ਸਕਦਾ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਗੱਲ ਸਿਰਫ ਇੰਨੀ ਆ ਵੀ ਬੰਦਾ ਸਵਾਲ ਕਰੇ। ਮਤਲਬ ਜਿਹੜਾ ਵੀ ਬੰਦਾ, ਇੱਕ ਪ੍ਰੋਬਲਮ ਹੋ ਰਿਹਾ ਆਪਣੇ ਸਰਬਾਰ ਸਾਹਿਬ। ਅੱਛਾ, ਮੰਨ ਲਓ ਸਵਾਲ ਕੀਤਾ ਨਾ ਕਿਸੇ ਨੇ, ਉਹ ਯਾਰ ਨਹੀਂ ਇਦਾਂ ਨਹੀਂ ਯਾਰ, ਆਹ ਦੇਖੋ ਇਦਾਂ। ਉਹ ਜੇ ਤੇ ਬੰਦਾ ਨਾਰਮਲ ਹੋਵੇ, ਉਹੀ 4 ਸਾਲ 10 ਮਹੀਨੇ ਵਾਲੇ ਫੇਜ਼ 'ਚ ਆ, ਫਿਰ ਤਾਂ ਉਹਨਾਂ ਨੂੰ ਹਾਂ ਯਾਰ ਤੂੰ ਠੀਕ ਹੈ ਨਾ। ਤੇ ਜੇ ਉੱਤੇ ਹਲਕਾ ਜਿਹਾ ਟੀਕੇ ਦਾ ਅਸਰ ਹੈ, ਤੂੰ ਮਾਮਾ ਲੱਗਦਾ ਨਾ, ਤੂੰ ਬਹੁਤਾ ਸਿਆਣਾ ਨੇ, ਤੈਨੂੰ ਜ਼ਿਆਦਾ ਅਕਲ ਆਉਣ, ਆ ਵਿਆਹ ਬੋਲਦਾ ਕਿੱਥੋਂ ਦੱਸ, ਨਾਲੇ ਤੂੰ ਕਰਕੇ ਵਿਖਾ ਦੇ। ਫਿਰ ਉਦੋਂ ਫਿਰ ਆਪਾਂ ਨੂੰ ਇਹ ਚੇਤਾ ਹੀ ਭੁੱਲ ਜਾਂਦਾ ਵੀ ਯਾਰ ਇਹ ਬੰਦਾ ਇੱਥੇ ਮੇਰੇ ਗੁਆਂਢ 'ਚ ਰਹਿੰਦਾ, ਜਾਂ ਮੇਰਾ ਹੀ ਕੋਈ ਰਿਸ਼ਤੇਦਾਰ ਹੈ, ਮੇਰਾ ਹੀ ਕੋਈ ਭੈਣ ਭਰਾ ਆ, ਮੇਰਾ ਹੀ ਸੱਜਣ ਮਿੱਤਰ ਹੈ, ਤੇ ਇੰਨੀਆਂ ਸਾਡੀਆਂ ਸਾਂਝਾਂ। ਅਚਾਨਕ ਪਤਾ ਨਹੀਂ ਉਹ ਜਿਹੜੇ ਬੰਦਿਆਂ ਪਿੱਛੇ ਜਾਂ ਜਿਹੜੇ ਲੀਡਰਾਂ ਪਿੱਛੇ ਆਪਾਂ ਲੜਦੇ ਆ ਨਾ, 99.99% ਨਾ ਉਹਨਾਂ ਨੂੰ ਕਦੀ ਮਿਲੇ ਹੁੰਦੇ ਆ, ਤੇ ਨਾ ਉਹਨਾਂ ਬਾਰੇ ਜਾਣਦੇ ਹੁੰਦੇ ਵੀ ਉਹ ਕੌਣ ਨੇ ਬੰਦੇ, ਤੇ ਨਾ ਕਦੀ ਉਹਨਾਂ ਨੂੰ ਮਿਲਣਾ ਹੁੰਦਾ, ਮਿਲਣਾ ਵੀ ਨਹੀਂ ਹੁੰਦਾ, ਭਵਿੱਖ ਦਾ ਵੀ ਪਤਾ ਹੀ ਹੁੰਦਾ ਹੈ ਨਾ। ਤੇ ਫਿਰ ਵੀ ਪਤਾ ਨਹੀਂ ਉਹਨਾਂ ਦੇ ਇੰਨੇ ਭਗਤ ਆਪਾਂ ਕਾਲੀ ਬਣੇ ਫਿਰਦੇ ਨੇ। ਇਹ ਸਾਰੇ ਲੀਡਰਾਂ ਦੀ ਗੱਲ ਕਰਦੇ, ਸਾਰੇ ਲੀਡਰਾਂ ਦੀ। ਸੰਧਾਲੀਆ ਸਾਹਿਬ, ਮੋਟੀ ਜੀ ਗੱਲ ਹੈ। ਮੈਨੂੰ ਤਾਂ ਇੱਕੋ ਗੱਲ ਦਾ ਪਤਾ ਕਿ ਐਤਕੀ ਜੇ ਗੰਨੇ ਦੇ ਪੈਸੇ ਨਹੀਂ ਮਿਲੇ, ਜਾਂ ਥੋੜੇ ਮਿਲੇ, ਜਾਂ ਕਿਤੇ ਫਸ ਗਏ, ਉਹਦੇ ਵਿੱਚ ਮਿੱਲ ਵਾਲਿਆਂ ਨੇ ਇਹ ਨਹੀਂ ਦੇਖਿਆ ਕਿ ਭਾਈ ਇਹ ਹਿੰਦੂ ਦਾ ਗੰਨਾ, ਸਿੱਖ ਦਾ, ਕਿ ਈਸਾਈ ਦਾ, ਕਿ ਮੁਸਲਮਾਨ ਦਾ। ਜੇ ਕੋਵਿਡ ਦੇ ਦੌਰ ਦੇ ਵਿੱਚ ਵੈਕਸੀਨ ਦੇ ਮੁੱਦੇ ਤੇ, ਆਕਸੀਜਨ ਦੇ ਮੁੱਦੇ ਤੇ, ਜਾਂ ਦਵਾਈ ਦੇ ਮੁੱਦੇ ਤੇ, ਜਾਂ ਹਸਪਤਾਲ ਦੇ ਵਿੱਚ ਬੈੱਡ ਲੈਣ ਦੇ ਮੁੱਦੇ ਤੇ, ਉੱਥੇ ਇਹ ਨਹੀਂ ਕਿਸੇ ਨੇ ਦੇਖਿਆ ਹਿੰਦੂ, ਸਿੱਖ, ਕਿ ਮੁਸਲਮਾਨ। ਜੇ ਪੰਗਾ ਪਿਆ ਤਾਂ ਜਿਹਦੇ ਨਾਲ ਮਰਜ਼ੀ ਪੈ ਗਿਆ। ਜੇ ਆਨਲਾਈਨ ਕਲਾਸਿਸ ਸ਼ੁਰੂ ਹੋਈਆਂ, ਜੇ ਕਿਸੇ ਦੇ ਕੋਲੇ ਮੋਬਾਈਲ ਨਹੀਂ ਸੀ, ਕਿਸੇ ਦੇ ਕੋਲੇ ਇੰਟਰਨੈਟ ਨਹੀਂ ਸੀ, ਕਿਤੇ ਰੇਂਜ ਨਹੀਂ ਸੀ ਆਉਂਦੀ, ਜਾਂ ਕਿਤੇ ਬੱਤੀ ਨਹੀਂ ਸੀ ਆਉਂਦੀ, ਉੱਥੇ ਫਿਰ ਕਿਸੇ ਨੇ ਇਹ ਨਹੀਂ ਦੇਖਿਆ। ਜਾਣੀ ਜਦੋਂ ਕੁੱਟ ਪੈਂਦੀ ਆ ਤੇ ਚਪਲ ਮਾਰਨ ਵਾਲਾ ਇਹ ਨਹੀਂ ਦੇਖਦਾ ਮੁਰਲਾ ਕੀ ਹੈ, ਉਹ ਫਿਰ ਦਾੜ ਕਰਕੇ ਥਾਂ ਲਾਲ ਕਰ ਛੱਡਦਾ ਹੀ ਅਗਲੇ ਦੇ। ਇਸ ਕਰਕੇ ਸਾਨੂੰ ਥੋੜਾ ਜਿਹਾ ਇਸ ਮੁੱਦੇ ਦੇ ਉੱਤੇ ਆਉਣਾ ਪਊਗਾ ਕਿ ਭਾਈ ਜਦੋਂ ਵੀ ਕੁਝ ਸੋਚਣਾ, ਸਭ ਤੋਂ ਪਹਿਲਾਂ ਬੰਦੇ ਬਣ ਕੇ ਸੋਚੀਏ। ਜੇ ਬੰਦੇ ਬਣ ਕੇ ਸੋਚਣ ਲੱਗ ਪਏ ਤਾਂ ਜਿਹੜੇ ਅੱਜ ਸਾਨੂੰ ਬੰਦੇ ਨਹੀਂ ਬਣ ਦਿੰਦੇ, ਉਹਨਾਂ ਨੇ ਬੰਦੇ ਬਣ ਜਾਣਾ। ਨਹੀਂ ਹੌਲੀ ਹੌਲੀ ਬਣ ਲੱਗ ਪਏ ਆ ਉਹ। ਇਸੇ ਕਰਕੇ ਤੂੰ ਤੰਗ ਨੇ। ਹੁਣ ਪਤਾ ਕੀ ਚੱਕਰ ਹੈ, ਮੈਨੂੰ ਇਹ ਲੱਗਦਾ ਟੀਕੇ 'ਚ ਵੀ ਫਰਕ ਹੈ ਗੱਲ। ਚਲੋ ਟੀਕੇ ਦੀ ਚੱਲੀ, ਕਿਉਂਕਿ ਟੀਕੇ ਨਾਲ ਬਹੁਤ ਫਰਕ ਪੈਂਦਾ ਬਾਅਦ। ਹੁਣ ਦੇਖੋ ਇੱਕ ਟੀਕਾ ਤੇ ਉਹ ਹੁੰਦਾ ਸੀ ਜਿਹੜਾ ਕਿ ਮੈਨੂੰ ਲੱਗਦਾ ਕਿ ਪਹਿਲਾਂ ਲਾਉਂਦੇ ਸੀ ਲੀਡਰ, ਉਦੋਂ ਲਾਉਂਦੇ ਸੀ ਜਿੱਦਾਂ ਨਿਆਣੇ ਨੂੰ ਡਾਕਟਰ ਟੀਕਾ ਲਾਉਂਦਾ। ਉਹ ਬੇਟਾ ਚਿੜੀ ਜਵਾਕ ਦਾ ਧਿਆਨ ਚਿੜੀ ਚੱਲ ਨਾਲ ਹੀ, ਉਹ ਜਵਾਕ ਦੇ ਸੂਈ ਪੁੱਟ ਕੇ ਜਿੰਨੇ ਚ ਉਹਨੂੰ ਡਾਕਟਰ 2-3 ਲਾਂਘਾਂ ਪਿੱਛੇ ਚਲੇ ਜਾਂਦਾ, ਫਿਰ ਉਹ ਚੀਕਾਂ ਮਾਰਨੀਆਂ ਸ਼ੁਰੂ ਕਰਦਾ ਵੀ ਕੁਝ ਹੋਇਆ ਹੀ, ਮੇਰੇ ਚਿੜੀ ਦੇ ਚੱਕਰ 'ਚ ਕੁਝ ਹੋਰ ਹੋ ਗਿਆ ਹੀ। ਤੇ ਜਦ ਤੱਕ ਟੀਕਾ ਡਾਕਟਰ ਨਵੇਂ ਨਿਆਣੇ ਨੂੰ ਭਰ ਲੈਂਦਾ, ਹਾਂ ਉਹਨੇ ਜਿਹਨੂੰ ਕਿ ਹੋਰ ਦੀਆਂ ਲੱਤਾਂ ਫੜੀਆਂ ਹੁੰਦੀਆਂ ਉਧਰਲੇ ਬੰਨੇ, ਹੈ ਨਾ। ਹੁਣ ਮੈਨੂੰ ਲੱਗਦਾ ਹੈ ਵੀ ਜਿਹੜਾ
ਇਹ ਜਵਾਕ ਤੋਂ ਹੈ ਡਾਕਟਰਾਂ ਵਾਲਾ ਕੰਮ ਹੀ ਹੈ, ਉਹੀ ਟੀਕਾਂ ਵਾਲਾ ਕੰਮ ਹੀ। ਪਰ ਹੁਣ ਮੈਨੂੰ ਆਇਆ ਵੀ ਜਿੱਦਾਂ ਥੋੜ੍ਹੀ ਜਿਹੀ ਉਹ ਮਾਰਨ ਖੰਡੀ ਮੱਝ ਹੁੰਦੀ ਕਿ ਨਹੀਂ, ਹੁਣ ਮੱਝ ਚੋਣੀ ਤੇ ਹੈ, ਵੋਟਾਂ ਲੈਣੀਆਂ, ਪਰ ਗੱਲ ਇਹ ਆ ਵੀ ਮੱਝ ਔਰਾ ਜਾਂ ਵੇਂਦੀ ਆ, ਤੇ ਉਹਨੂੰ ਇਹ ਵੀ ਆ ਵੀ ਜੇ ਇਹਦੇ ਲਾਗੇ ਗਿਆ ਜਾਂ ਇਹਨੇ ਸਿੰਘਾਂ ਤੇ ਚੁੱਕ ਲੈਣਾ ਜਾਂ ਇਹ ਛੱਡ ਮਾਰੂ, ਹੁਣ ਕਰੀਏ ਤੇ ਕਰੀਏਗੀ। ਹੁਣ ਨਾ ਹੌਲੀ ਟੀਕਾ ਮਗਰ ਲਗਾਇਆ ਹੈ ਨਾ, ਇਧਰ ਨਾ ਹਰਿਆ ਪਾਈਏ, ਹਰਿਆ ਹੈ, ਆਟਾ ਹੀ ਪਾਈ ਜਾਣਗੇ ਇਹਨੂੰ ਨਵਾਈਏ, ਗਰਮੀ ਲੱਗਦੀ ਯਾਰ ਹੈ, ਹੋਰ ਕੋਈ ਪੱਖਾ ਲਾ ਦਈਏ, ਮੈਂ ਨਾ ਮੱਛਰ ਨਾ ਲੜਦਾ ਹੋਵੇ ਕਿਤੇ। ਫਿਰ ਉਹਨੇ ਵੇਖਣਾ ਹੈ ਵੀ ਜਦੋਂ ਮਾੜਾ ਜਿਹਾ ਹਰੇ 'ਚ ਪੱਠਿਆਂ 'ਚ ਕਿਤੇ ਧਿਆਨ ਚੱਲ ਧੌਣ 'ਚ ਟੀਕਾ ਸਿੱਧਾ ਹੈ ਨਾ, ਆਪਣਾ ਕੰਮ ਕਰਕੇ ਵੇਲੇ। ਹੁਣ ਮੈਨੂੰ ਲੱਗਦਾ ਵੀ ਟੀਕੇ 'ਚ ਇੰਨਾ ਕੁ ਫਰਕ ਆ ਗਿਆ। ਹੁਣ ਇਹ ਮਾਹੌਲ ਵੇਖਣਾ ਆਪਾਂ ਵੀ ਜੇ ਉਹ ਦੁਬਾਰਾ ਹਰੇ ਦੇ ਚੱਕਰ 'ਚ ਧੌਣ 'ਚ ਟੀਕਾ ਲੱਗ ਗਿਆ ਫਿਰ ਕੀ ਵਾਪਰਨਾ, ਤੇ ਜੇ ਉਹ ਟਾਈਮ ਲੰਘ ਗਿਆ ਬਚ ਗਿਆ ਤੇ ਫਿਰ ਹੋ ਸਕਦਾ ਸੋਚੇ ਵੀ ਨਹੀਂ ਯਾਰ ਇਹ ਵੀ ਤੇ ਮਾੜੀ ਗੱਲ ਹੈ, ਟੀਕਾ ਕਿਉਂ ਲਿਆਉਣਾ, ਆਪ ਮੈਂ ਇਹਦਾ ਖਿਆਲ ਰੱਖਾਂ, ਆਪੇ ਮੈਨੂੰ ਇਹ ਵੀ ਦੁੱਧ ਦਊ। ਬਸ ਸੰਧਾਲੀਆ ਸਾਹਿਬ ਇੰਨਾ ਕੀ ਮਸਲਾ ਆ, ਕਿਉਂਕਿ ਸਾਨੂੰ ਉਹ ਉਹੀ ਸਮਝਦੇ ਆ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਭਾਈ ਇਹਨਾਂ ਨੂੰ ਵਿਚਾਲੇ ਜੇ ਆਪਾਂ ਪੱਠੇ ਥੋੜ੍ਹੇ ਜਿਹਾ ਪਾ ਦਿੰਦੇ ਆ, ਇਹਨਾਂ ਨੇ ਇੱਕ ਦੂਜੇ ਨਾਲ ਲੜੀ ਜਾਣਾ, ਜਿੰਨੇ ਕੁ ਸਾਡੇ ਹਿੱਸੇ ਆਉਂਦੇ ਆ ਅਸੀਂ ਉਹਦੇ ਹਿਸਾਬ ਦੇ ਨਾਲ ਚੱਲੀਏ ਤਾਂ ਮੈਨੂੰ ਲੱਗਦਾ ਕਿ ਚੰਗੇ ਰਹਾਂਗੇ। ਬਾਕੀ ਭਾਈ ਉਹਨਾਂ ਦੀ ਮਰਜ਼ੀ ਹੈ ਤੇ ਬਾਕੀ ਲੋਕਾਂ ਦਾ ਹੱਕ ਹੈ, ਲੋਕਾਂ ਦਾ ਫਰਜ਼ ਹੈ, ਲੋਕਾਂ ਦੇ ਅਧਿਕਾਰ ਨੇ, ਚੰਗੇ ਤਰੀਕੇ ਵਰਤ ਲੈਣ। ਖਬਰ ਨਾਲ ਚੱਲੀਏ। ਖਬਰਾਂ ਵਾਲੇ ਪਾਸੇ ਆਪਾਂ ਕਿਉਂ ਜਾਣਾ, ਖਬਰਾਂ ਵਾਲੇ ਪਾਸੇ ਆਮ ਆਦਮੀ ਪਾਰਟੀ ਵਾਲੇ 'ਚ ਗਏ ਆ। ਉਹ ਕਹਿੰਦੇ ਦੇਖੋ ਜੀ ਆਹ ਜੋ ਕੁਛ ਵੀ ਵਾਪਰ ਰਿਹਾ ਨੇ ਇਹਦੇ 'ਚ ਸਿਆਸਤ ਹੈ। ਹੁਣ ਸੰਧਵਾ ਸਾਹਿਬ ਉਹਨਾਂ ਕੋਲੇ ਅਹੁਦਾ ਵੀ ਇੱਕ ਸੁੱਖ ਨਾਲ ਜਿਹੜਾ ਕਿਸਾਨੀ ਵਿੰਗ ਵਾਲਾ ਆਮ ਆਦਮੀ ਪਾਰਟੀ ਦਾ ਉਹ ਕਹਿੰਦੇ ਵੀ ਮੈਨੂੰ ਇਤਰਾਜ਼ ਹੈ। ਕਹਿੰਦੇ ਇਤਰਾਜ਼ ਮੈਨੂੰ ਇਸ ਕਰਕੇ ਹੈ ਕਿ ਵੀ ਜਦੋਂ ਪਿਛਲੀ ਸਤੰਬਰ ਨੂੰ ਯਾਦ ਕਰਦੇ ਨੇ, ਕਹਿੰਦੇ ਵੀ ਉਦੋਂ ਰੌਲਾ ਰੱਪਾ ਸੀ, ਕਿਸਾਨ ਉੱਥੇ ਧਰਨੇ ਲਾਉਂਦਾ ਫਿਰਦਾ ਸੀ, ਪਰ ਉਦੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀਗਾ ਬੀਜੇਪੀ ਨਾਲ, ਸਾਰੇ ਵਾਲੇ ਪਾਸਿਓਂ ਬਿਆਨ ਆਉਂਦੇ ਸੀ ਬੜੇ ਕਿਸਾਨ ਅੰਦੋਲਨ ਦੇ ਲਈ ਖੇਤੀ ਕਾਨੂੰਨਾਂ ਦੇ ਜਿਹੜੇ ਕਾਨੂੰਨ ਬਣਾਏ ਬੜੇ ਵਧੀਆ। ਕਹਿੰਦੇ ਉਦੋਂ ਤਾਂ ਵੱਡੇ ਬਾਲ ਸਾਹਿਬ ਵੀ ਬੋਲੇ ਸੀ। ਕਹਿੰਦੇ ਉਦੋਂ ਬਾਅਦ ਜਦੋਂ ਗੱਠਜੋੜ ਟੁੱਟ ਗਿਆ, ਇੰਨਾ ਟਾਈਮ ਹੋ ਗਿਆ, ਉਹ ਸਾਰਾ ਕੁਝ ਹੋਈ ਵੀ ਜਾਂਦਾ, ਪਰ ਵੱਡੇ ਬਾਲ ਸਾਹਿਬ ਨਹੀਂ ਬੋਲੇ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਮੁੱਦਾ ਤਾਂ ਉਹਨਾਂ ਨੇ ਵੇਲੇ ਸਿਰ ਚੱਕਿਆ, ਇੱਕ ਤਾਂ ਮਹੀਨੇ ਨਾਲ ਮਹੀਨਾ ਰਲਾਤਾ, ਕਿਉਂਕਿ ਉਹਨਾਂ ਦਾ ਸਪਸ਼ਟ ਰੂਪ 'ਚ ਕਹਿਣਾ ਸੀ ਕਿ ਠੀਕ ਹੈ ਅੱਜ ਅਕਾਲੀ ਦਲ ਥਾਂ ਦੇ ਉੱਤੇ ਜਾ ਕੇ ਕਹਿੰਦਾ ਕਿ ਅਸੀਂ ਗੱਠਜੋੜ ਤੋੜਿਆ, ਅਸੀਂ ਮੰਤਰੀ ਮੰਡਲ ਦਾ ਅਹੁਦਾ ਛੱਡਿਆ, ਅਸੀਂ ਕਿਸਾਨਾਂ ਦੀ ਲੜਾਈ ਲੜੀ, ਅਸੀਂ ਕਿਸਾਨਾਂ ਦੇ ਨਾਲ ਆ। ਪਰ ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਲਾਸਟ ਸਟੇਟਮੈਂਟ ਤੇ ਇਹੀ ਸੀ ਨਾ ਕਿ ਖੇਤੀ ਕਾਨੂੰਨ ਚੰਗੇ ਆ। ਉਹਦੇ ਤੋਂ ਬਾਅਦ ਉਹ ਬੋਲਦੇ ਕਿਉਂ ਨਹੀਂ? ਇਹਦਾ ਮਤਲਬ ਕਿ ਭਾਜਪਾ ਦੇ ਨਾਲ ਇਹਨਾਂ ਦੀ ਅੰਦਰ ਖਾਤੇ ਸਾਂਝ ਹੈਗੀ ਆ। ਇਹ ਕੁਲਤਾਰ ਸਿੰਘ ਸੰਧਵਾਂ ਕੋਟਕਪੁਰੇ ਦੇ MLA ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਨੇ ਦੋਸ਼ ਲਾਏ, ਪਰ ਕੁਲਤਾਰ ਸਿੰਘ ਸੰਧਵਾਂ ਸਾਹਿਬ ਨਹੀਂ, ਇਹ ਠੀਕ ਨਹੀਂ ਹੈ। ਜੇ ਤੁਸੀਂ ਇਹ ਕਹੋ ਮੁੜ ਕੇ ਬੋਲੇ ਨਹੀਂ, ਕਿਉਂ ਨਹੀਂ ਬੋਲੇ, ਕਿਉਂ ਨਹੀਂ ਸਰਗਰਮੀ ਹੋਈ? ਅੱਜ ਜਦੋਂ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਹੋਇਆ ਅਕਾਲੀ ਦਲ ਦਾ, ਉਦੋਂ ਟੈਲੀਫੋਨ ਉਹਨਾਂ ਨੇ ਬੀਬੀ ਮਾਇਆਵਤੀ ਨੂੰ ਕੀਤਾ ਤਾਂ ਹੈ, ਉਹਨਾਂ ਨੇ ਗੱਲਬਾਤ ਉਦੋਂ ਕੀਤੀ ਤਾਂ ਹੈ, ਸੋਸ਼ਲ ਮੀਡੀਆ ਤੇ ਆਈ ਆ। ਅੱਜ ਜਦੋਂ ਓਲੰਪਿਕ ਚੱਲਦੀ ਸੀ ਉਦੋਂ ਮੈਚ ਦੇਖਿਆ ਤਾਂ ਹੈ, ਵੀਡੀਓ ਸੋਸ਼ਲ ਮੀਡੀਆ ਤੇ ਆਈ ਤਾਂ ਹੈ। ਕਿਤੇ ਕੰਮ ਕਿਤੇ ਇੱਕੋ ਹੀ ਗੱਲ ਥੋੜੀ ਆ। ਇੱਕ ਫਿਰ ਤੁਸੀਂ ਭੁੱਲ ਗਏ ਆਜੋ ਵਿੱਚੋਂ ਸੁਖਬੀਰ ਬਾਦਲ ਸਾਹਿਬ ਨੂੰ ਕਰੋਨਾ ਹੋ ਗਿਆ, ਹਾਂ ਉਦੋਂ ਵੀਡੀਓ ਕਾਲ ਤੇ ਕੀਤੀ ਸੀ ਹਾਲ ਚਾਲ, ਜਦੋਂ ਦਿੱਲੀ ਦਾਖਲ ਸੀ ਉਹ। ਜਾਣੀ ਐਸੀ ਗੱਲ ਨਹੀਂ ਹੈ ਐਵੇਂ ਸੰਧਵਾ ਸਾਹਿਬ ਹੁਣ ਇੱਕੋ ਹੀ ਖੇਤੀਬਾੜੀ ਵਾਲੇ ਮਸਲੇ ਤੇ ਚਲੋ ਉਦੋਂ ਕਹਿਤਾ, ਹੁਣ ਜ਼ਰੂਰੀ ਥੋੜੀ ਇੱਕ ਵਾਰੀ ਇੱਕ ਸਕਿੱਟ ਆਈ ਸੀ, ਉਹ ਬੰਦੇ ਨੇ ਜਦ ਸਕੂਟਰ ਐ ਮੋੜਿਆ ਲੂਨਾ, ਉਹ ਦੂਜਾ ਵੱਜ ਗਿਆ ਆ ਕੇ, ਉਹ ਕਹਿੰਦਾ ਤੁਸੀਂ ਹੱਥ ਉਧਰ ਦਿੱਤਾ, ਇਹ ਕਹਿੰਦਾ ਮੁੜ ਕੇ ਕੈਂਸਲ ਵੀ ਤਾਂ ਕੀਤਾ ਹੀ ਸੀ। ਜ਼ਰੂਰੀ ਥੋੜੀ ਹਰ ਇੱਕ ਬੰਦੇ ਨੇ ਕੈਂਸਲ ਵੀ ਕਰਨਾ ਮੁੜ ਕੇ। ਨਹੀਂ ਪਰ ਦੇਖੋ ਗੱਲ ਇਹ ਆ ਵੀ ਮੈਨੂੰ ਇਹ ਜਾਪਦਾ ਵੀ ਹੁਣ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਵਾਲੇ ਲੱਗ ਪਏ ਨਾ, ਉਹ ਹੌਲੀ ਹੌਲੀ ਸਿਆਸਤਦਾਨ ਬਣਦੇ ਜਾਂਦੇ ਬੰਦੇ। ਉਹਨਾਂ ਦੇਖਿਆ ਵੀ ਯਾਰ ਓਕੇ ਇਹ ਹੈ ਤੇ ਕ੍ਰਿਕਟ ਵਾਲੀ ਖੇਡ ਹੀ, ਉਹ ਕਹਿੰਦਾ ਵੀ ਯਾਰ ਮੈਂ ਕਿੱਥੇ ਜੇ ਸੁੱਟ ਕੇ ਸਪਿਨ ਕਰਾਵਾਂ ਤੇ ਸਿੱਧੀ ਵਿਕਟਾਂ 'ਚ ਜਾਊ। ਉਹ ਮੈਨੂੰ ਲੱਗਦਾ ਵੀ ਹੁਣ ਇਹ ਸੋਚਦੇ ਆ ਵੀ ਯਾਰ ਇੱਥੇ ਜੇ ਸੁੱਟ ਕੇ ਸਪਿਨ ਕਰੀਏ ਤੇ ਸਿੱਧੀ ਹੁਣ ਹੋਰ ਕਿਤੇ ਜਾਵੇ ਨਾ ਜਾਵੇ, ਵੱਡੇ ਬਾਦਲ ਸਾਹਿਬ ਦੀਆਂ ਵਿਕਟਾਂ ਵਾਲੇ ਪਾਸੋਂ ਤੇ ਜਾਊ। ਹੁਣ ਮੇਰੇ ਖਿਆਲ ਨਾਲ ਜਿਹੜਾ ਉਹਨਾਂ ਨੇ ਮੁੱਦਾ ਛੇੜਿਆ, ਜੇ ਤੇ ਇਸ ਮੁੱਦੇ ਨੂੰ ਥੋੜਾ ਜਿਹਾ ਚੁੱਕ ਲੈਣ, 4 ਦਿਨ ਰੌਲਾ ਰੱਪਾ ਪਵਾ ਲੈਣ, ਤੇ ਇੱਕ ਅੱਧੀ ਵੀਡੀਓ ਹੋ ਸਕਦਾ ਵੱਡੇ ਬਾਦਲ ਸਾਹਿਬ ਦੀ ਆ ਜਾਵੇ, ਤੇ ਜੇ ਇੱਕ ਅੱਧਾ ਬਿਆਨ ਦੇ ਕੇ ਇਦਾਂ ਚੋਪੀ ਕਰ ਗਏ ਤੇ ਫਿਰ ਉਹਨਾਂ ਨਾਲ ਕੋਈ ਗੱਲ ਨਹੀਂ, ਕੀ ਫਰਕ ਪੈਂਦਾ ਯਾਰ। ਨਹੀਂ ਵੈਸੇ ਇੱਕ ਗੱਲ ਹੈਗੀ ਆ, ਉਹ ਵੀਡੀਓ ਉਹਨਾਂ ਦੀ ਆ ਸਕਦੀ, ਹੋ ਸਕਦਾ ਚਟਾਲਾ ਸਾਹਿਬ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਹੋ ਜਾਵੇ, ਓਮ ਪ੍ਰਕਾਸ਼ ਚਟਾਲਾ ਸਾਹਿਬ ਮਿਲਣ ਆਏ ਸੀ, ਉਹ ਤਾਂ ਹਾਲ ਚਾਲ ਪੁੱਛਣ ਆਏ ਸੀ ਯਾਰ, ਪੁਰਾਣੇ ਯਾਰ ਹੈ ਤੁਸੀਂ, ਉਹ ਵੀ ਟਰਾਈ ਕਰੋਗੇ? ਨਹੀਂ ਯਾਰ ਤਾਂ ਹੈਗੇ ਆ, ਹਾਲ ਚਾਲ ਪੁੱਛਣਾ ਚਾਹੀਦਾ ਇੱਕ ਦੂਸਰੇ ਦਾ, ਐਸੀ ਗੱਲ ਨਹੀਂ ਹੈ। ਪਰ ਉਹਦੇ ਤੋਂ ਬਾਅਦ ਹੁਣ ਚਟਾਲਾ ਸਾਹਿਬ ਨੇ ਨਿਤਿਸ਼ ਕੁਮਾਰ ਨੂੰ ਮਿਲਣਾ, ਮਮਤਾ ਬੈਨਰਜੀ ਨੂੰ ਮਿਲਣਾ, ਸ਼ਰਦ ਪਵਾਰ ਨੂੰ ਮਿਲਣਾ, ਨਵੀਨ ਪਟਨਾਇਕ ਨੂੰ ਮਿਲਣਾ, ਸ਼ਿਵ ਸੈਨਾ ਵਾਲਿਆਂ ਨੂੰ ਮਿਲਣਾ, ਨਾਲ ਦੀ ਨਾਲ ਲਾਲੂ ਪ੍ਰਸਾਦ ਯਾਦਵ ਨੂੰ ਮਿਲਣਾ, ਬੀਬੀ ਮਾਇਆਵਤੀ ਨੂੰ ਮਿਲਣਾ। ਤੁਸੀਂ ਇਹ ਦੇਖੋ ਇੱਥੋਂ ਤਾਂ ਸ਼ੁਰੂਆਤ ਹੋਈ ਹੈ, ਅਜੇ ਬਹੁਤ ਸਾਰਿਆਂ ਤੋਂ ਸਿਹਤ ਦਾ ਹੀ ਹਾਲ ਚਾਲ ਥੋੜੀ ਪੁੱਛਣਾ ਹੈ। ਤਾਂ ਇਹ ਮਸਲਾ ਇਕੱਲਾ ਆਮ ਆਦਮੀ ਪਾਰਟੀ ਤੇ ਅਕਾਲੀਆਂ ਦਾ ਹੀ ਨਹੀਂ। ਸੰਧਾਲੀਆ ਸਾਹਿਬ ਤੁਸੀਂ ਨਾਲ ਦੀ ਨਾਲ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਅੱਜ ਝੰਡਾ ਚਲਾਉਣਾ ਹੈ ਆਜ਼ਾਦੀ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਦੇ ਤੌਰ ਤੇ, ਜਿਹੜਾ ਉਹਨਾਂ ਦਾ ਅਧਿਕਾਰ ਵੀ ਹੈ ਤੇ ਫਰਜ਼ ਵੀ ਹੈ।
ਅੰਮ੍ਰਿਤਸਰ ਇੱਕ ਦਿਨ ਪਹਿਲਾਂ ਚਲੇ ਗਏ ਤੇ ਪਹਿਲਾਂ ਜਾ ਕੇ ਇੱਕ ਤਾਂ 3 ਕਰੋੜ ਤੋਂ ਵੀ ਵੱਧ ਰੁਪਈਏ ਲਾ ਕੇ ਜੱਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਪੌਣੇ 500 ਦੇ ਕਰੀਬ, ਜਿਨ੍ਹਾਂ ਦੇ ਨਾਮ ਨੇ, ਉਹਨਾਂ ਦਾ ਇੱਕ ਸਮਾਰਕ ਬਣਾਇਆ ਗਿਆ ਤੇ ਉਹਦਾ ਉਦਘਾਟਨ ਕੀਤਾ ਤੇ ਨਾਲ ਕਹਿ ਦਿੱਤਾ ਕਿ ਉੱਥੇ ਹਜ਼ਾਰਾਂ ਦੀ ਮੌਤ ਹੋਈ ਸੀ। ਅੰਕੜਾ ਜੇ ਛੋਟਾ ਹੈ, ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਬਹੁਤ ਵਧੀਆ, ਹੋਣਾ ਚਾਹੀਦਾ। ਪਰ ਉੱਥੇ ਤੁਸੀਂ ਦੇਖੋ ਕਿ ਸਿਆਸਤ ਪਿੱਛਾ ਨਹੀਂ ਛੱਡ ਰਹੀ। ਨਵਜੋਤ ਸਿੰਘ ਸਿੱਧੂ ਥਾਂ ਦੇ ਉੱਤੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੀਟਿੰਗ ਕਰਦੇ ਆ। ਕੈਪਟਨ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਉਸ ਥਾਂ ਤੇ ਗਿਆ ਜਿਹਨੂੰ ਨਵਜੋਤ ਸਿੰਘ ਸਿੱਧੂ ਕਰਮ ਭੂਮੀ ਕਹਿੰਦੇ ਆ। ਉਹ ਕਹਿੰਦੇ ਉੱਥੇ ਕੀ ਹੋਣਾ ਸੀ, ਓਪੀ ਸੋਨੀ ਸਾਹਿਬ ਕੋਲ ਵੀ ਚਲੇ ਗਏ, ਮੰਤਰੀ ਨੇ ਖਾਣਾ ਖਾਧਾ, ਫਿਰ ਮੀਟਿੰਗਾਂ ਕੀਤੀਆਂ, ਫਿਰ ਰਾਤ ਨੂੰ ਖਾਣਾ ਖਾਧਾ ਗੁਰਜੀਤ ਸਿੰਘ ਔਜਲਾ ਸਾਹਿਬ ਦੇ। ਅੱਜ ਫਿਰ ਮੀਟਿੰਗਾਂ ਕਰਨੀਆਂ, ਆਜ਼ਾਦੀ ਦਿਵਸ ਦੇ ਸਮਾਗਮਾਂ ਤੋਂ ਬਾਅਦ ਖਾਣਾ ਖਾਣਾ ਹੈ ਡਿੰਪਾ ਸਾਹਿਬ ਕੇ, ਫਿਰ ਮੁੜ ਕੇ ਰਾਤ ਨੂੰ ਵੀ ਇੱਕ ਵਾਰੀ ਖਾਣਾ ਖਾਣਾ ਹੈ ਨਾ। ਨਹੀਂ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਦੇ। ਯਾਰ ਹੁਣ ਦੱਸੋ, ਰੋਟੀ ਛੱਡ ਕੇ ਬਹਿ ਜਾਣ? ਨਹੀਂ ਮੈਂ ਇਦਾਂ ਨਹੀਂ ਕਹਿ ਰਿਹਾ, ਤੁਸੀਂ ਹੋਰ ਦੇਖੋ। ਹਾਂ, ਇਹਦੇ ਵਿੱਚ ਹੀ ਵਪਾਰੀਆਂ ਨਾਲ, ਦੁਕਾਨਦਾਰਾਂ ਨਾਲ ਕਿੰਨੀਆਂ ਮੀਟਿੰਗਾਂ ਵੀ ਕੀਤੀਆਂ। ਤੁਸੀਂ ਸਰਗਰਮੀ ਦੇਖੋ। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਉਸੇ ਮਾਝੇ ਵਾਲੇ ਇਲਾਕੇ ਦੇ ਸੁਖਜਿੰਦਰ ਸਿੰਘ ਰੰਧਾਵਾ ਗੈਰ ਹਾਜ਼ਰ ਨੇ। ਜਾਣੀ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਪਹੁੰਚਦੇ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਨੇ। ਇੱਥੋਂ ਤੱਕ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਮਾਝੇ ਦੇ ਵਿੱਚੋਂ ਇੱਕ ਡੈਨੀ ਸਾਹਿਬ, ਉਹ ਗੈਰ ਹਾਜ਼ਰ ਨੇ। ਸੁਖਜਿੰਦਰ ਸਿੰਘ ਰੰਧਾਵਾ ਆਉਂਦੇ ਆ, ਮੰਚ ਦੇ ਉੱਤੇ ਬਹਿੰਦੇ ਆ ਇੱਕ ਸਮਾਗਮ ਦੇ ਵਿੱਚ, ਪਰ ਪਹਿਲਾਂ ਵਰਗੀ ਟਿਊਨਿੰਗ ਨਹੀਂ ਜਿੱਦਾਂ ਦੀ ਉਹ ਬਰਗਾੜੀ ਵਾਲੇ ਮੋਰਚੇ ਦੇ ਵੇਲੇ ਹੁੰਦੀ ਸੀ ਕਿ ਬਾਜਵਾ ਸਾਹਿਬ ਤੁਸੀਂ ਮੜ ਜਾਇਓ, ਸਮਝਾਇਓ। ਹੋਰ ਦੇਖੋ, ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਤੁਸੀਂ ਪਿਛਲੇ 4.5 ਸਾਲਾਂ ਦੇ ਵਿੱਚੋਂ ਆਹ 2.5 ਮਹੀਨੇ ਛੱਡ ਕੇ ਮਾਝੇ ਦੇ ਵਿੱਚ ਕਿਤੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਉਣਾ ਹੋਵੇ, ਸਭ ਤੋਂ ਪਹਿਲਾਂ ਪ੍ਰਬੰਧਾਂ ਦੀ ਦੇਖਰੇਖ ਕਰਦਿਆਂ ਦੀ 2 ਦਿਨ ਪਹਿਲਾਂ ਫੋਟੋ 'ਚ ਕਿਸੇ ਬੰਦੇ ਦੀ ਛਪਦੀ ਸੀ, ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦੀ ਛਪਦੀ ਸੀ ਕਿ ਕੈਪਟਨ ਸਾਹਿਬ ਨੇ ਆਉਣਾ ਹੈ। ਇੱਕ ਦਿਨ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਤੇ ਫੋਟੋ ਵੀ ਐਂ ਛਪਦੀ ਹੁੰਦੀ ਸੀ ਕਿ ਉਹ ਇੱਥੇ ਆ ਕੁਰਸੀਆਂ, ਇੱਧਰਲੇ ਪਾਸੇ ਚਾਨਣੀ, ਉਹ ਕਨਾਤ, ਉੱਧਰਲੇ ਪਾਸੇ ਪਾਰਕਿੰਗ, ਲੰਗਰ ਇੱਧਰ। ਆਏ ਜ਼ਰੂਰ ਆ, ਪਰ ਐਤਕੀ ਤਿਆਰੀਆਂ ਤਿਊਰੀਆਂ ਦਾ ਜਾਇਜ਼ਾ ਨਹੀਂ ਸੀ ਲੈ ਰਿਹਾ। ਐਤਕੀ ਕਿਸੇ ਹੋਰ ਤਰੀਕੇ ਕੰਮ ਚੱਲ ਰਿਹਾ ਸੀ। ਨਹੀਂ ਲੈ ਐਤਕੀ ਵੀ ਜਾਇਜ਼ੇ ਰਹੇ ਸੀ, ਇਹ ਥੋੜਾ ਗੱਲ। ਪਰ ਆ ਕੇ ਲੈ ਦੇਖੋ ਗੱਲ ਇਹ ਆ, ਇਹ ਤੇ ਗੱਲ ਕਲੀਅਰ ਆ। ਹੁਣ ਮੇਰੇ ਖਿਆਲ ਨਾਲ ਕੋਈ ਲੁਕੀ ਢੱਕੀ ਚੀਜ਼ ਰਹਿ ਨਹੀਂ ਗਈ ਵੀ ਕਾਂਗਰਸ ਪਾਰਟੀ ਵੀ ਇੱਕ ਤਰ੍ਹਾਂ ਨਾਲ ਪਹਿਲਾਂ ਆਉਂਦਾ ਸੀ ਫਲਾਨਾ ਖੇਮਾ, ਢੀਂਗੜਾ ਖੇਮਾ, ਹੁਣ ਉਹ 2-4 ਦੇ ਵਿੱਚੋਂ ਮੈਨੂੰ ਲੱਗਦਾ ਵੀ ਮੇਜਰ 2 ਖੇਮੇ ਰਹਿ ਗਏ ਜੀ। ਉਹਦੇ 'ਚ ਹੁਣ ਇੱਕ ਕੈਪਟਨ ਸਾਹਿਬ ਦਾ ਖੇਮਾ ਰਹਿ ਗਿਆ ਤੇ ਇੱਕ ਖੇਮਾ ਰਹਿ ਗਿਆ ਸਿੱਧੂ ਸਾਹਿਬ ਦਾ। ਹੁਣ ਪਰ ਜਿਸ ਹਿਸਾਬ ਨਾਲ ਕੈਪਟਨ ਸਾਹਿਬ ਗਏ, ਜਿਸ ਹਿਸਾਬ ਨਾਲ ਉੱਥੇ ਜਾ ਕੇ ਮੀਟਿੰਗਾਂ ਕੀਤੀਆਂ, ਮੈਂ ਨਾ ਵੀ ਚਲੋ ਅੰਮ੍ਰਿਤਸਰ ਵਾਲੇ ਹੋਰ ਕੁਛ ਨਾ ਕਰਨ, ਸੀਸਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਦੇਣ ਨਾ ਜੀ ਕਿ ਕੈਪਟਨ ਸਾਹਿਬ ਆਏ, ਅੱਜ ਇਹਨਾਂ ਦਾ ਕਰਕੇ ਤੇ ਆਏ ਹੈ ਨਾ। ਹੋ ਸਕਦਾ ਮਤਲਬ ਉੱਥੇ ਕਈ ਬੰਦੇ ਦੇ ਮੂੰਹ ਨਿਕਲ ਵੀ ਗਿਆ ਹੋਵੇ ਵੀ ਸ਼ਾਬਾਸ਼ ਲੈ ਵੇ ਸਿੱਧੂ, ਵੀ ਯਾਰ ਆਏ ਤੇ ਕੈਪਟਨ ਸਾਹਿਬ, ਸ਼ਾਬਾਸ਼ ਸਿੱਧੂ ਨੂੰ ਦਈ ਜਾਣਾ, ਜਿਹਦਾ ਕਰਕੇ ਆਏ ਉਹਨੂੰ ਬਣਦੀ ਤਾਂ ਹੈਗੀ ਆ ਨਾ। ਹੋਰ ਦੇਖੋ ਤੁਸੀਂ ਸੰਧਾਲੀਆ, ਮਸਲਾ ਇੱਥੇ ਨਹੀਂ ਮੁੱਕਦਾ। ਜਦੋਂ ਪੁੱਛਿਆ ਗਿਆ ਡਾਕਟਰ ਰਾਜਕੁਮਾਰ ਵੇਰਕਾ ਨੂੰ ਕਿ ਫਿਰ ਸਿੱਧੂ ਸਾਹਿਬ ਨੇ, ਉਹ ਕਹਿੰਦੇ ਜੀ ਉਹਨਾਂ ਨੇ ਕੱਲ ਨੂੰ ਝੰਡਾ ਲਹਿਰਾਉਣਾ ਉੱਥੇ ਕਾਂਗਰਸ ਪਾਰਟੀ ਦੇ ਭਵਨ ਦੇ ਵਿੱਚ ਤੇ ਉਹ ਉੱਥੇ ਬਿਜ਼ੀ ਨੇ। ਮੇਰਾ ਖਿਆਲ ਹੈ ਕਿ ਅੰਮ੍ਰਿਤਸਰੋਂ ਚੰਡੀਗੜ੍ਹ ਨੂੰ ਜਾਣਾ ਹੋਵੇ 5 ਘੰਟੇ ਤੋਂ ਜ਼ਿਆਦਾ ਤਾਂ ਲੱਗਦੇ ਹੋਣੇ। 5 ਉਹ ਤਾਂ ਆਮ ਬੰਦੇ ਨੂੰ ਲੱਗਦੇ ਆ ਨਾ। ਕੀ ਕਰਦੇ ਹੋ ਯਾਰ ਨਾ, ਸਿੱਧੂ ਸਾਹਿਬ ਉੜ ਕੇ ਜਾਂਦੇ ਆ ਨਾ, ਜਿਹੜੀਆਂ ਗੱਡੀਆਂ ਢੂੰ ਕਰਦੀਆਂ ਜਾਣੀਆਂ ਉਹ ਤੇ ਜਾਂਦੀਆਂ ਸਿੱਧੀਆਂ। ਵੀ ਬੰਦਾ ਸਵੇਰੇ ਵੀ 4 ਵਜੇ ਤੁਰ ਪਿਆ ਤਾਂ 9 ਵਜੇ ਉੱਥੇ, 2 ਵਜੇ ਤੁਰ ਪਿਆ 7 ਵਜੇ ਉੱਥੇ, ਕਿਉਂਕਿ 5 ਘੰਟੇ ਦਾ ਤੜਕੇ ਤਾਂ ਵੈਸੇ ਟ੍ਰੈਫਿਕ ਵੀ ਘੱਟ ਹੁੰਦੀ ਹੈ, ਸਫ਼ਰ ਵੀ ਘੱਟ ਹੁੰਦਾ। ਅੱਜ ਕੱਲ੍ਹ ਤਾਂ ਨਾਕੇ ਬਥੇਰੇ ਲੱਗੇ ਹੋ ਆ, ਇਸ ਕਰਕੇ ਆਮ ਬੰਦਾ ਵੀ ਕਹਿੰਦਾ ਕਿ ਚਲੋ ਘਰੇ ਬੈਠੇ ਅੱਜ ਨਾਕੇ ਬੜੇ ਹੋਣੇ ਆ। ਹੁਣ ਉਸ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਚੰਡੀਗੜ੍ਹ 'ਚ ਕੋਈ ਸਮਾਗਮ ਕਰਨ, ਕੈਪਟਨ ਸਾਹਿਬ ਨਹੀਂ ਹੁੰਦੇ। ਕੈਪਟਨ ਸਾਹਿਬ ਅੰਮ੍ਰਿਤਸਰ ਦੇ ਵਿੱਚ ਕੋਈ ਸਮਾਗਮ ਕਰਨ ਤਾਂ ਫਿਰ ਸਿੱਧੂ ਸਾਹਿਬ ਨਹੀਂ ਹੁੰਦੇ। ਵੈਸੇ ਇੱਕ ਟਵੀਟ ਫੇਰ ਚਰਚਾ 'ਚ, ਉਹ ਕਹਿੰਦੇ ਜੀ ਦੇਖੋ ਗੱਲ ਹੈ ਨਵਜੋਤ ਸਿੰਘ ਸਿੱਧੂ ਦਾ। ਫਿਰ ਉੱਥੇ ਹੀ ਆ ਗਿਆ ਨਸ਼ਿਆਂ ਦੇ ਮੁੱਦੇ ਤੇ, ਪੰਜਾਬ ਦੇ ਇੱਕ ਸਾਬਕਾ ਵਜ਼ੀਰ ਦਾ ਜ਼ਿਕਰ ਕਰਕੇ ਉਹਦੇ ਵਿੱਚ ਫਿਰ ਕਿਹਾ, ਕਹਿੰਦੇ ਭਾਈ ਕਾਰਵਾਈ ਹੋਣੀ ਚਾਹੀਦੀ ਹੈ, ਰਿਪੋਰਟ ਸਾਹਮਣੇ ਆਉਣੀ ਚਾਹੀਦੀ ਹੈ, ਪੰਜਾਬ ਦੀ ਸਰਕਾਰ ਖੁਦ ਕੋਸ਼ਿਸ਼ ਕਰੇ, ਨਹੀਂ ਤਾਂ ਵਿਧਾਨ ਸਭਾ 'ਚ ਮਤਾ ਆਊ। ਤੇ ਹੁਣ ਇੱਕ ਗੱਲ ਤੇ ਹੈਗੀ ਆ ਵੀ ਇਹ ਗੱਲ ਤੇ ਕਲੀਅਰ ਆ ਵੀ ਹੁਣ ਮੇਰੇ ਖਿਆਲ ਨਾਲ ਜੇ ਆਪਾਂ ਗਲਤ ਨਹੀਂ ਤੇ ਕੱਲ ਨੂੰ ਜਿਹੜਾ ਦਿਨ ਚੜ੍ਹਨਾ ਉਦੋਂ ਮੰਤਰੀ ਮੰਡਲ ਵਾਲੀ ਬੈਠਕ ਤਾਂ ਰੱਖੀਏ। ਉਹ ਹੁਣ ਕੀ ਹੁੰਦੀ ਆ ਕੀ ਨਹੀਂ ਹੁੰਦੀ ਆ, ਉਹਦੇ ਤੋਂ ਵੀ ਲੋਕਾਂ ਦਾ ਧਿਆਨ ਆਸੇ-ਪਾਸੇ ਜਾਣਾ, ਕਿਉਂਕਿ ਉਹਦੇ 'ਚ ਇਹ ਆਸ ਕੀਤੀ ਜਾ ਰਹੀ ਵੀ ਸ਼ਾਇਦ ਉਹ ਜਿਹੜੇ 18 ਵਾਲੇ ਨੁਕਤੇ ਸੀਗੇ, ਵਾਰ-ਵਾਰ 18 ਨਕਾਤੀ ਪ੍ਰੋਗਰਾਮ, ਉਹਦੇ 'ਚੋਂ ਕੁਛ ਨਾ ਕੁਛ ਕੀ ਕੱਤਿਆ, ਕੋਈ ਪੂਣੀ ਕੱਤੀ ਕਿ ਨਹੀਂ ਕੱਤੀ, ਉਹ ਵੀ ਗੱਲ ਕਲੀਅਰ ਹੋਊਗੀ। ਤੇ ਇਹ ਵੀ ਹੋ ਸਕਦਾ ਵੀ ਕੋਈ 1-2 ਜਿਹੜੇ ਨੌਂਗੇ ਨੇ ਉਹ ਨਵੇਂ ਪੈਣ ਦੀ ਵੀ ਚਰਚਾ ਚੱਲੇ। ਮੈਨੂੰ ਸੰਧਾਲੀਆ ਸਾਹਿਬ ਇਹ ਲੱਗਦਾ ਕਿ ਕੱਲ ਦੀ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੋਣੀ ਆ ਨਾ, ਉਹਦੇ ਵਿੱਚ 4-5 ਬੰਦੇ ਆ, ਹੋ ਸਕਦਾ ਕਿ ਆ ਜਿਹੜੇ ਟਵੀਟ ਨਵਜੋਤ ਸਿੰਘ ਸਿੱਧੂ ਨੇ ਕੀਤੇ ਉਹ ਮੁੱਦਾ ਹੀ ਚੁੱਕ ਲੈਣ, ਏਜੰਡਾ ਲੱਗਾ ਹੋਵੇ ਨਾ। ਕਿਉਂਕਿ ਚਰਨਜੀਤ ਸਿੰਘ ਚੰਨੀ ਤਾਂ ਹੁਣ ਸਿੱਧੂ ਸਾਹਿਬ ਦੇ ਨਾਲ ਹੀ ਨੇ, ਰੰਧਾਵਾ ਸਾਹਿਬ ਨਾਲ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਨਾਲ ਹੀ ਨੇ, ਸੁਖਵਿੰਦਰ ਸਿੰਘ ਸੁਖ ਸਰਕਾਰੀਆ ਵੀ ਨਾਲ ਹੈ, ਤੇ 4 ਬਣਦੇ ਆ। ਆਪਾਂ ਬਾਕੀਆਂ ਨੂੰ ਛੱਡ ਲੈਂਦੇ ਆ।
ਤੇ 16 ਦੇ ਵਿੱਚੋਂ 4 ਦਾ ਮਤਲਬ 25% ਹੁੰਦੇ ਆ। ਨਹੀਂ ਤੇ ਆਸ਼ੂ ਸਾਹਿਬ ਨੇ ਛੱਡ ਲੈਣਾ। ਨਹੀਂ ਮੈਂ ਵੈਸੇ ਹੀ ਮੈਂ ਕਿਹਾ ਬਾਕੀਆਂ ਨੂੰ ਛੱਡ ਲੈਣੇ, ਮੈਂ ਬੇਨਤੀ ਕੀਤੀ ਸੀ। ਅੱਛਾ ਹਾਂ ਕਿ ਜੇ 4 ਬੰਦੇ 16 ਦੇ ਵਿੱਚੋਂ ਬੋਲਣ ਤਾਂ ਆਵਾਜ਼ ਉੱਚੀ ਹੁੰਦੀ ਹੈ। ਤੇ ਜੇ ਉਹ ਉੱਥੇ ਕਹਿਣਗੇ ਕਿ ਭਾਈ ਇੱਦਾਂ ਦਾ ਕਰਕੇ ਉਹ ਨਸ਼ਿਆਂ ਦੇ ਮੁੱਦੇ ਤੇ, ਤਾਂ ਮਨਪ੍ਰੀਤ ਸਿੰਘ ਬਾਦਲ ਇਹ ਥੋੜੀ ਕਹਿਣਗੇ ਗੱਲ ਗਲਤ ਕਹਿੰਦੇ ਆ। ਵੈਸੇ ਗੱਲ ਹੀ ਹੈ, ਕਿਉਂਕਿ ਤੁਣਕਾ ਤਾਂ ਕਿਤੇ ਨਾ ਕਿਤੇ ਜੁੜਦਾ ਹੁੰਦਾ ਸੀ ਨਾ। ਫਿਰ ਇਹਦਾ ਮਤਲਬ ਹੈ ਕਿ ਜੇ 4 ਬੋਲਦੇ ਆ, ਆਸ਼ੂ ਸਾਹਿਬ ਤੇ ਮਨਪ੍ਰੀਤ ਬਾਦਲ ਚੁੱਪ ਰਹਿੰਦੇ ਆ, ਵੈਸੇ ਗੱਲ ਹੀ ਆ। ਆਹੋ ਚਲੋ ਨਹੀਂ, ਪਰ ਚਲੋ ਆਪਾਂ ਹੋ ਸਕਦਾ ਲੋਕ ਕਹਿਣ ਵੀ ਯਾਰ ਤੁਸੀਂ ਆਸ਼ੂ ਸਾਹਿਬ ਦੀ ਗੱਲ ਕਿਉਂ। ਦੇਖੋ ਆਸ਼ੂ ਸਾਹਿਬ ਦੀ ਗੱਲ ਆਪਾਂ ਇਸ ਕਰਕੇ ਕੀਤੀ ਕਿ ਵੀ ਵਿਕਰਮ ਮਜੀਠੀਆ ਹੋਰੀ ਗਏ ਲੁਧਿਆਣੇ ਜੀ, ਉਹਨਾਂ ਜਾ ਕੇ ਜਿਸ ਹਿਸਾਬ ਨਾਲ ਮੁੱਦਾ ਚੁੱਕਿਆ ਤੇ ਜਿਉਂ ਮੇਰੇ ਖਿਆਲ ਨਾਲ ਉਹ ਝੋਨੇ ਤੋਂ ਸ਼ੁਰੂ ਹੋਏ ਆ ਤੇ ਕਣਕ ਤੇ ਆ ਕੇ ਮੁੱਕੇ ਆ ਜੀ, ਤੇ ਉਦੋਂ ਬਾਅਦ ਉਹ ਕਹਿੰਦੇ ਵੀ ਅਸਤੀਫਾ ਦੱਸੋ ਵੀ ਤੁਸੀਂ ਆਪ ਦੇਣਾ ਕਿ ਲਈਏ ਹੈ ਨਾ। ਹੁਣ ਗੱਲ ਇਹ ਆ ਵੀ ਹੁਣ ਜਿਸ ਹਿਸਾਬ ਨਾਲ ਉਧਰੋਂ ਕੰਮ ਤੱਤਾ ਹੋ ਗਿਆ ਤੇ ਪਿਛਲੇ ਦਿਨਾਂ 'ਚ ਆਪਾਂ ਇਹ ਵੀ ਵੇਖਿਆ ਸੀ ਵੀ ਹੋਰ ਕੋਈ ਪਹੁੰਚੇ ਨਾ ਪਹੁੰਚੇ, ਆਸ਼ੂ ਸਾਹਿਬ ਜ਼ਰੂਰ ਗਏ ਸੀ ਸਿੱਧੂ ਸਾਹਿਬ ਦੀ ਮੀਟਿੰਗ 'ਚ। ਇਹ ਸੰਧਾਲੀਆ ਸਾਹਿਬ ਬਹੁਤ ਇੰਪੋਰਟੈਂਟ ਮੁੱਦਾ, ਕਿਉਂਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਉਹ ਅਕਾਲੀਆਂ ਨੂੰ ਉੱਥੇ ਜਾਂਦੇ ਜਿੱਥੇ ਕਿਲਾ ਕਮਜ਼ੋਰ ਹੁੰਦਾ। ਉੱਥੇ ਬੈਂਸ ਭਰਾ ਵੀ ਨੇ, ਅਕਾਲੀ ਬਹੁਤ ਸਾਰੀਆਂ ਸੀਟਾਂ ਹਾਰਦੇ ਆ ਉੱਥੋਂ ਲੁਧਿਆਣੇ, ਉਹ ਆਪਾਂ ਨੂੰ ਪੱਕਾ ਪਤਾ। ਲੋਕ ਸਭਾ ਦੀ ਸੀਟ ਜੇ ਰਵਨੀਤ ਬਿੱਟੂ ਨੇ 2 ਵਾਰੀ ਜਿੱਤ ਲਈ ਤਾਂ ਅਕਾਲੀ ਹਾਰਿਆ ਤੇ ਜਿੱਤੀ। ਹੁਣ ਬਿਕਰਮ ਸਿੰਘ ਮਜੀਠੀਆ ਨੇ 3 ਕੰਮ ਕੀਤੇ ਉੱਥੇ। ਇੱਕ ਤਾਂ ਜਾ ਕੇ ਕੁਝ ਬੈਂਸ ਭਰਾਵਾਂ ਦੇ ਸਮਰਥਕ ਨਾਲ ਲੈ ਆਪਣੀ ਪਾਰਟੀ ਸ਼ਾਮਲ ਕਰ ਲਿਆ, ਕੁਝ ਕਾਂਗਰਸੀ ਕੁਝ ਬਸਪਾ ਦੇ, ਜਾਨੀ ਚੰਗਾ ਤਕੜਾ ਟੱਬਰ ਜਿਹੜਾ ਇਧਰਲੇ ਪਾਸੇ ਲਿਆਂਦਾ। ਦੂਸਰੇ ਪਾਸੇ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਗੱਲ ਇੱਕ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਬੈਂਸ ਰਲਿਓ ਆ। ਸਿਮਰਜੀਤ ਬੈਂਸ ਤੇ ਉਹਨਾਂ ਦੇ ਸਾਥੀਆਂ ਤੇ ਪਰਚਾ ਹੋ ਗਿਆ, ਅਜੇ ਤੱਕ ਗ੍ਰਿਫਤਾਰੀ ਇਸ ਕਰਕੇ ਨਹੀਂ ਹੋਈ ਕਿਉਂਕਿ ਭਾਰਤ ਭੂਸ਼ਣ ਆਸ਼ੂ ਮੰਤਰੀ ਨੇ ਤੇ ਉਹ ਹੋਣ ਨਹੀਂ ਦਿੰਦੇ, ਗ੍ਰਿਫਤਾਰੀ ਰਲ ਕੇ ਚੱਲਦੇ ਆ। ਤੀਸਰੀ ਗੱਲ ਉਹਨਾਂ ਨੇ ਇਹ ਕਹਿਤੀ, ਉਹ ਕਹਿੰਦੇ ਆ ਲੈਣ ਦਿਓ ਕਰੀ ਵਾਰੀ, ਆਸ਼ੂ ਦੀ ਧੌਣ ਤੇ ਗੋਡਾ ਤਾਂ ਰੱਖਾਂਗੇ। ਫਿਰ ਹੁਣ ਉਹ ਕੈਬਨਿਟ ਮੰਤਰੀ ਨੇ, ਇਹ ਕੈਬਨਿਟ ਮੰਤਰੀ ਰਹੇ ਨੇ। ਇਹਦਾ ਮਤਲਬ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ 1000 ਨੂੰ ਕੋਈ ਕੁਆਂਟਲ ਕਣਕ ਆਈ ਹੈ, 1800 ਨੂੰ ਵਿਕੀ ਹੈ, ਇੱਥੇ ਹੈ, ਫਿਰ ਉਹਨਾਂ ਨੇ ਜਲਾਲਪੁਰ ਸਾਹਿਬ ਦੇ ਭਾਣਜੇ ਦੀ ਗੱਲ ਵੀ ਕਰ ਲਈ। ਉਹ ਕਹਿੰਦੇ ਕਿ ਭਾਈ ਉਹਦੇ ਵਿੱਚ ਆ ਵੀ ਕੰਮ ਚੱਲੀ ਜਾਂਦਾ ਤੇ ਮੰਤਰੀ ਕੌਣ ਹੈ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਧਾਲੀਆ ਸਾਹਿਬ ਇੱਕ ਤਾਂ ਪਾਰਟੀਆਂ ਦੇ ਵਿੱਚੋਂ ਭੰਨ ਤੋੜ ਤੇਜ਼ ਹੋ ਜਾਣੀ ਹੈ, ਦੂਸਰੇ ਪਾਸੇ ਆ ਦੋਸ਼ ਲੱਗਣ ਦਾ ਸਿਲਸਿਲਾ ਤੇਜ਼ ਹੋ ਜਾਣਾ, ਤੇ ਜਿਹੜੀ ਆ ਮੰਤਰੀ ਮੰਡਲ ਦੀ ਬੈਠਕ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਮੁੱਦਾ ਤਾਂ ਚੱਕਿਆ ਜਾ ਸਕਦਾ ਕਿ ਭਾਈ ਹੁਸ਼ਿਆਰਪੁਰ ਵਾਲਿਆਂ ਤੇ ਵੀ ਦੋਸ਼ ਲੱਗਦੇ, ਮੁਹਾਲੀ ਵਾਲਿਆਂ ਤੇ ਵੀ ਲੱਗਦੇ, ਲੁਧਿਆਣੇ ਵਾਲਿਆਂ ਤੇ ਵੀ ਲੱਗਦੇ, ਨਾਭੇ ਵਾਲਿਆਂ ਤੇ ਵੀ ਲੱਗਦੇ। ਉਹ ਪਰਲੇ ਪਾਸੇ ਕਿੱਥੇ ਜਾ ਕੇ ਰਾਣਾ ਗੁਰਮੀਤ ਸੋਢੀ ਹੋਰਾਂ ਦਾ ਗੁਰੂ ਹਰਸਾਏ ਹਲਕਾ, ਉਧਰਲੇ ਪਾਸੇ ਤੱਕ ਚਰਚਾ ਚੱਲਦੀ ਹੈ। ਬਹੁਤ ਜ਼ਿਆਦਾ ਸਟਰੋਂਗ ਸਟੈਪ ਲੈਣ ਦੀ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਨਹੀਂ ਹੋਣਗੇ। ਨਹੀਂ, ਪਰ ਸਟਰੋਂਗ ਸਟੈਪ ਲੈਣ ਚਾਹੇ ਨਾ ਲੈਣ, ਪਰ ਸਟਰੋਂਗ ਸਟੈਪ ਲੈਣ ਦੇ ਲਈ ਬਟਨ ਤੇ ਉਹਨਾਂ ਦੇ ਹੱਥ 'ਚ ਹੀ ਹੈਗਾ, ਹੈ ਨਾ। ਹੁਣ ਫਾਈਲ ਹੀ ਆਖਣਾ, ਪਤਾ ਨਹੀਂ ਕੁਦਰਤੀ ਇੱਥੇ ਸਾਹਮਣੇ ਪਈ ਆ ਗਈ, ਇਹ ਆਪਣਾ ਫਾਈਲ ਕਿੱਦਾਂ ਤੁਹਾਡੀ ਸੀ ਹੈ ਨਾ, ਕੀ ਆਨੇ ਹੋ ਦੱਸੋ। ਨਹੀਂ ਜੀ ਮੈਂ ਤੇ ਨਾਲ ਹੀ ਹਾਂ ਜੀ, ਕੋਈ ਗੱਲ ਨਹੀਂ ਥੱਲੇ ਰੱਖ ਲਓ ਜੀ, ਚਲੋ ਕੋਈ ਗੱਲ ਨਹੀਂ। ਉਹ ਤੁਹਾਡੀ ਫਾਈਲ ਵੀ ਹੈਗੀ ਉੱਪਰ ਹੀ। ਮੈਂ ਕਹਿੰਦਾ ਨਹੀਂ ਜੀ ਆਪਾਂ ਸ਼ੁਰੂ ਤੋਂ ਨਾਲ ਅੱਛਾ ਚਾਹ ਪੀਓ। ਇਹ ਹੁਣ ਦੇਖੋ ਇਹ ਤਾਂ ਚਲੋ ਸੋਮਵਾਰ ਦੀ ਗੱਲ ਹੈ, ਇਹ ਹੁਣ ਸੋਮਵਾਰ ਕੀ ਹੁੰਦਾ ਆਪਾਂ ਉਹਦੇ ਤੇ ਵਿਚਾਰ ਲਾਂਗੇ। ਪਰ ਕੁੱਲ ਮਿਲਾ ਕੇ ਇਹ ਗੱਲ ਕਲੀਅਰ ਹੈ ਵੀ ਜਿਸ ਹਿਸਾਬ ਨਾਲ ਹੁਣ ਸਰਗਰਮੀਆਂ ਹੋ ਗਈਆਂ, ਚਾਹੇ ਅਕਾਲੀ ਦਲ ਦੀਆਂ ਜੀ, ਚਾਹੇ ਆਮ ਆਦਮੀ ਪਾਰਟੀ ਦੀਆਂ, ਚਾਹੇ ਆਪਾਂ ਕਹਿ ਲਓਗੇ ਵੀ ਅਕਾਲੀ ਦਲ ਦੇ ਨਾਲ ਕਾਂਗਰਸ ਪਾਰਟੀ ਦੀਆਂ 2 ਹਿੱਸਿਆਂ ਦੀਆਂ, ਉਹ ਤੋਂ ਇਹ ਗੱਲ ਪਤਾ ਲੱਗਦੀ ਹੈ ਵੀ ਭਾਈ ਸਾਹਿਬ ਵੋਟਾਂ ਆ ਗਈਆਂ ਜੀ। ਹੁਣ ਵੋਟਾਂ ਤੇ ਆ ਗਈਆਂ, ਪਰ ਉਹਦੇ ਨਾਲ ਆਪਾਂ ਇੱਕ ਜ਼ਿਕਰ ਜ਼ਰੂਰ ਕਰਨਾ, ਕੀ ਹੋ ਸਕਦਾ ਵੀ ਵਿਚਾਲੇ ਜੇ ਜਾ ਕੇ ਆਪਾਂ ਮੋਸਟਲੀ ਨਹੀਂ ਕਰਦੇ ਹੁੰਦੇ, ਪਰ ਇੱਕ ਵੀਡੀਓ ਹੈ ਜੀ ਹੁਣ ਆਜ਼ਾਦੀ ਦਿਵਸ ਦੇ ਨਾਲ ਸੰਬੰਧਿਤ, ਤੇ ਕਈ ਬੰਦੇ ਇਤਰਾਜ਼ ਕਰਦੇ ਵੀ ਯਾਰ ਆਜ਼ਾਦੀ ਦਿਵਸ ਦੀ ਕਾਹਦੀ ਵਧਾਈ। ਉਹ ਕਹਿੰਦੇ ਨਹੀਂ ਯਾਰ ਵਧਾਈ ਬਣਦੀ ਕਿ ਨਹੀਂ ਬਣਦੀ। ਸੋ ਇੱਕ ਛੋਟੀ ਜਿਹੀ ਵੀਡੀਓ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ, ਉਸ ਤੋਂ ਬਾਅਦ ਅੱਗੇ ਗੱਲ ਕੰਟੀਨਿਊ ਕਰਾਂਗੇ। ਆ ਲਓ ਵਧਾਈ, ਕਹਿੰਦੇ ਦੇਸ਼ ਆਜ਼ਾਦ ਆ, ਉਹ ਗੱਲ ਵੱਖਰੀ ਆ ਵੀ ਆਮ ਆਦਮੀ ਬਰਬਾਦ ਆ। ਫਸਲਾਂ ਦੇ ਮੁੱਲ ਲਈ ਧਰਨਾ ਲਾਵੇ ਆਮ ਬੰਦਾ, ਕਰਜ਼ੇ ਦਾ ਝੰਬਿਆ ਫਾਹਾ ਲਾਵੇ ਆਮ ਬੰਦਾ, ਇੱਕ ਡਾਹ ਕੇ ਬਾਰਡਰਾਂ ਤੇ ਗੋਲੀ ਖਾਵੇ ਆਮ ਬੰਦਾ, ਪੜ੍ਹ ਲਿਖ ਕੇ ਧੱਕੇ ਖਾਂਦਾ ਉੱਤੋਂ ਛਿੱਤਰ ਵੀ ਖਾਵੇ ਆਮ ਬੰਦਾ। ਪਰ ਪਹਿਲਾਂ ਖਾਸ ਬੰਦੇ ਨੂੰ, ਫਿਰ ਉਹਦੇ ਨਿਆਣਿਆਂ ਨੂੰ, ਫਿਰ ਉਹਦੇ ਨਿਆਣਿਆਂ ਨੂੰ, ਫਿਰ ਉਹਦੇ ਨਿਆਣਿਆਂ ਨੂੰ ਵੋਟਾਂ ਜ਼ਰੂਰ ਪਾਵੇ ਆਮ ਬੰਦਾ, ਕਿਉਂਕਿ ਹੋਰ ਤੇ ਕੋਈ ਹੋਵੇ ਨਾ ਹੋਵੇ ਉਹਨੂੰ ਵੋਟ ਦਾ ਅਧਿਕਾਰ ਆ। ਉਹ ਗੱਲ ਵੱਖਰੀ ਕਿ ਆਮ ਬੰਦਾ ਬਰਬਾਦ ਆ, ਪਰ ਚਲੋ ਵਧਾਈ ਤੇ ਦੇਵੇ ਨਾ, ਕਿਉਂਕਿ ਦੇਸ਼ ਆਜ਼ਾਦ ਹੈ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਪਰ ਡੈਮੋਕ੍ਰੇਸੀ ਇੰਡੈਕਸ ਨੰਬਰ 53 ਆ 62ਵੇਂ ਨੰਬਰ ਦੀ ਸਰਕਾਰ ਕਹਿੰਦੀ ਆ ਗਰੀਬਾਂ ਨੂੰ ਆ ਵੀ ਫਰੀ, ਆ ਵੀ ਫਰੀ, ਆ ਵੀ ਫਰੀ। ਕਿਸੇ ਦਫ਼ਤਰ ਚਲੇ ਜਾਈਏ ਰਿਸ਼ਵਤ ਦੇ ਰੇਟ ਫਿਕਸ ਆ, ਤਾਂ ਹੀ ਤੇ ਕਰਪਸ਼ਨ ਇੰਡੈਕਸ 'ਚ ਇੰਡੀਆ ਦਾ ਨੰਬਰ 86 ਆ। ਉਹ ਨਾ ਖਿਲਾਓ ਮੇਰਾ ਮੂੰਹ ਹੋਰ, ਭੁੱਖਮਰੀ 'ਚ ਸਾਡਾ ਨੰਬਰ 94 ਤੇ ਹੈਪੀਨੈਸ ਇੰਡੈਕਸ ਨੇ ਤਾਂ ਸ਼ਰਮ ਹੀ ਲਾ ਲਈ, ਦੁਨੀਆ ਦੇ ਦੇਸ਼ਾਂ 'ਚੋਂ ਸਾਡਾ ਨੰਬਰ 139। ਹਾਂ ਆਬਾਦੀ 'ਚ ਨੰਬਰ 1 ਹੋ ਜਾਣਾ,
ਭਾਵੇਂ ਹੋਣਾ ਚੰਦ ਸਾਲਾਂ ਬਾਅਦ ਆ, ਪਰ ਵਧਾਈ ਤੇ ਬਣਦੀ ਹੈ, ਕਿਉਂਕਿ ਦੇਸ਼ ਆਜ਼ਾਦ ਆ। ਪਰ ਦੇਸ਼ ਲੀਡਰ ਨਹੀਂ, ਲੋਕ ਬਣਾਉਂਦੇ ਨੇ, ਜੋ ਹਲ ਵਾਹੁੰਦੇ ਨੇ, ਜੋ ਰੇਹੜੀ ਲਾਉਂਦੇ ਨੇ, ਛੋਟੀ ਮੋਟੀ ਨੌਕਰੀ ਜਾਂ ਵਪਾਰ ਚਲਾਉਂਦੇ ਨੇ, ਬਾਰਡਰਾਂ ਉੱਤੇ ਦੇਸ਼ ਲਈ ਜੋ ਹਿੱਕਾਂ ਡਾਹੁੰਦੇ ਨੇ। ਗਰਾਊਂਡ ਨਹੀਂ, ਖੁਰਾਕ ਨਹੀਂ, ਸਹੂਲਤਾਂ ਭਾਵੇਂ ਨਹੀਂ, ਆਪਣੇ ਦਮ ਤੇ ਓਲੰਪਿਕਸ 'ਚੋਂ ਮੈਡਲ ਲਿਆਉਂਦੇ ਨੇ। ਫਿਰ ਵਧਾਈ ਦਾ ਹੱਕ ਤੇ ਬਣਦਾ ਨਾ ਯਾਰ। ਜਿਨ੍ਹਾਂ ਦੇਸ਼ ਕੀਤਾ ਆਬਾਦ ਆ, ਦਿਓ ਵਧਾਈ। ਫਿਰ ਸੁੱਖ ਨਾਲ ਦੇਸ਼ ਆਜ਼ਾਦ ਆ, ਦੇਸ਼ ਆਜ਼ਾਦ ਆ। ਲਓ ਜੀ, ਵੀਡੀਓ ਤਾਂ ਹੁਣ ਤੁਸੀਂ ਦੇਖ ਲਈ ਹੋਣੀ ਹੈ ਤੇ ਦੇਸ਼ ਦਾ ਆਜ਼ਾਦੀ ਦਿਵਸ ਹੈ, ਮੁਬਾਰਕਾਂ। ਪਰ ਮੁਬਾਰਕਾਂ ਜਦੋਂ ਹੁੰਦੀਆਂ ਤੇ ਨਾਲ ਦੀ ਨਾਲ ਚੁਣੌਤੀਆਂ ਤਾਂ ਹੁੰਦੀਆਂ ਹੀ ਆ। ਤੁਸੀਂ ਆਪਦੀਆਂ ਟਿੱਪਣੀਆਂ ਜ਼ਰੂਰ ਕਰਿਓ ਕਿ ਜਿਹੜੇ ਇਸ਼ੂ, ਜਿਹੜੇ ਮੁੱਦੇ ਚੁੱਕੇ ਗਏ ਆ, ਪ੍ਰਸੰਗਿਕ ਤਾਂ ਲੱਗਦੇ ਹੀ ਹੋਣੇ ਨਾ। ਮੁਬਾਰਕਾਂ ਹੈਗੀਆਂ ਕਿਉਂਕਿ ਲੱਖਾਂ ਲੋਕਾਂ ਦੀ ਜਾਨ ਤੋਂ ਬਾਅਦ, ਕਿਉਂਕਿ ਵੰਡ ਹੋਈ ਸੀ ਤਾਂ ਜਾਨ ਗਈ ਲੋਕਾਂ ਦੀ, ਉਹਨਾਂ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਸੰਧਾਲੀਆ ਸਾਹਿਬ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਕਿੰਨਾ ਲੰਬਾ ਚੌੜਾ 100 ਸਾਲ ਤੋਂ ਵੀ ਲੰਬਾ ਸੰਘਰਸ਼ ਚੱਲਿਆ ਤੇ ਆਜ਼ਾਦੀ ਮਿਲੀ ਹੈ, ਉਹ ਸਾਂਭੀ ਗਈ ਹੈ ਕਿ ਨਹੀਂ ਗਈ ਤੇ ਕਿੱਦਾਂ ਸਾਂਭਣੀ ਹੈ? ਸਵਾਲ ਤਾਂ ਇੱਥੇ ਆ ਖੜਦੇ ਆ। ਨਹੀਂ, ਬਸ ਇਹ ਕਾਰਨ ਆ। ਆਪਾਂ ਉਹਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਜ਼ਰੂਰ ਤੁਹਾਡੀਆਂ ਟਿੱਪਣੀਆਂ ਦੀ ਵੇਟ ਕਰਾਂਗੇ। ਹੁਣ ਦੇਖੋ, ਗੱਲ ਇਹ ਆ ਵੀ ਇਹ ਜਿਹੜੀ ਚੀਜ਼ ਜਿੱਦਾਂ ਹੈ, ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਦੇ ਤੋਂ ਕੋਈ ਮੁਨਕਰ ਹੋ ਜਾਊਗਾ। ਹੁਣ ਦੇਸ਼ ਦੀ ਜੇ ਆਪਾਂ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਜਾਂ ਪਹਿਲੀ ਨਾਗਰਿਕ ਦੀ ਗੱਲ ਕਰੀਏ, ਤੇ ਰਾਮਨਾਥ ਕੋਵਿੰਦ ਸਾਹਿਬ ਨੇ ਵੀ ਤੇ ਵਧਾਈ ਦਿੰਦਿਆਂ ਗੱਲ ਇਹੀ ਕਹੀ ਹੈ ਨਾ ਕਿ ਵੀ ਜਿਹੜਾ ਲੋਕਤੰਤਰ ਹੈ, ਸੰਸਦ ਜਾਂ ਪਾਰਲੀਮੈਂਟ ਉਹਦਾ ਮੰਦਰ ਹੈ ਜੀ। ਹੁਣ ਦੇਖੋ, ਉਹਨਾਂ ਨੂੰ ਵੀ ਪਤਾ ਕਿ ਭਾਈ ਸਾਹਿਬ ਇਹ ਮੰਦਰ ਹੈ। ਹੁਣ ਪਰ ਥੋੜੇ ਦਿਨ ਪਹਿਲਾਂ ਉਸ ਮੰਦਰ 'ਚ ਤੇ ਉਸ ਮੰਦਰ ਦੇ ਅੰਦਰ ਬਾਹਰ ਕੀ ਹੁੰਦਾ ਰਿਹਾ, ਉਹਦਾ ਕਰਕੇ ਲੋਕੀ ਫਿਕਰਮੰਦ ਨੇ ਵੀ ਭਾਈ ਸਾਹਿਬ ਜੇ ਇਹ ਸਾਰਾ ਕੁਝ ਜਿਵੇਂ ਹੋਣਾ ਚਾਹੀਦਾ ਕਾਗਜ਼ਾਂ 'ਚ, ਪ੍ਰੈਕਟੀਕਲੀ ਵੀ ਉੱਦਾਂ ਹੋਵੇ ਤੇ ਫਿਰ ਤੇ ਜ਼ਿੰਦਗੀ ਸਫਲ ਹੈ। ਸੰਧਾਲੀਆ ਸਾਹਿਬ, ਬਹੁਤ ਜ਼ਰੂਰੀ ਹੈ। ਰਾਸ਼ਟਰਪਤੀ ਸਾਹਿਬ ਨੇ ਬਹੁਤ ਕਮਾਲ ਦੀ ਗੱਲ ਕੀਤੀ ਤੇ ਵੇਲੇ ਸਿਰ ਕੀਤੀ। ਪਰ ਰੌਲਾ ਇਹ ਹੈ ਕਿ ਭਾਰਤ ਦੇ ਜਿਹੜੇ ਲੋਕ ਨੇ ਉਹ ਤਾਂ ਨਹੀਂ ਪਾਰਲੀਮੈਂਟ 'ਚ ਬਹਿੰਦੇ। ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਚੁਣੇ ਹੋਏ 800 ਦੇ ਕਰੀਬ ਨੁਮਾਇੰਦੇ ਬਹਿੰਦੇ ਆ। ਰਾਸ਼ਟਰਪਤੀ ਸਾਹਿਬ ਦੇ ਕੋਲੇ ਬਹੁਤ ਅਧਿਕਾਰ ਨੇ, ਵੇਲੇ ਸਿਰ ਉਹਨਾਂ ਦੀ ਮੀਟਿੰਗ ਕਰਨੀ ਚਾਹੀਦੀ ਹੈ ਇਸ ਮੁੱਦੇ ਦੇ ਉੱਤੇ, ਕਿਉਂਕਿ ਰਾਸ਼ਟਰਪਤੀ ਸਾਹਿਬ ਦੇ ਕੋਲੇ ਜੇ ਫੈਸਲਾ ਲੈਣ ਦਾ ਕੋਈ ਬਹੁਤਾ ਵੱਡਾ ਅਧਿਕਾਰ ਨਾ ਵੀ ਹੋਵੇ, ਪ੍ਰੈਕਟੀਕਲੀ ਬੋਲਣ ਦਾ ਅਧਿਕਾਰ ਤਾਂ ਹੈਗਾ। ਬੋਲਣ ਦਾ ਵੀ ਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ ਹੈਗਾ। ਕਿਤੇ ਨਾ ਕਿਤੇ ਇਸ ਮੁੱਦੇ ਦੇ ਉੱਤੇ ਸਖਤ ਸਟੈਪ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਜਿਹੜੀ ਕੁਰਸੀ ਦੇ ਉੱਤੇ ਬੈਠੇ ਨੇ, ਸੰਵਿਧਾਨਕ ਕੁਰਸੀ ਤੇ, ਉਹਦੇ ਉੱਤੇ ਅਬਦੁਲ ਕਲਾਮ ਵਰਗੇ ਰਾਸ਼ਟਰਪਤੀ ਸਾਡੇ ਕੋਲੇ ਰਹੇ ਨੇ, ਜਿਨ੍ਹਾਂ ਦੀ ਦੁਨੀਆ ਤੇ ਜਾਣ ਤੋਂ ਬਾਅਦ ਵੀ ਪ੍ਰਾਪਰਟੀ ਕਿੰਨੀ ਸੀ, ਜਾਂ ਉਹ ਕੀ ਕੁਝ ਕਹਿੰਦੇ ਸੀ, ਕਿੰਨਾ ਵਧੀਆ ਬੋਲਦੇ ਸੀ ਤੇ ਕਿੰਨਾ ਦੇਸ਼ ਦੇ ਹਿੱਤ 'ਚ ਹੁੰਦਾ ਸੀ। ਅੱਜ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਅਸੀਂ ਕੇਵਲ ਤੇ ਕੇਵਲ ਵੱਡੇ ਦਿਨਾਂ ਦੇ ਮੌਕੇ ਦੇ ਉੱਤੇ ਹੀ ਸ਼ਬਦ ਨਹੀਂ ਸਾਂਝੇ ਕਰਨੇ। ਉਹ ਪਾਰਲੀਮੈਂਟ ਜਿਹੜਾ ਕਿ ਲੋਕਤੰਤਰ ਦਾ ਮੰਦਰ ਹੈ, ਉਹਨੂੰ ਮੰਦਰ, ਉਹਦੀ ਪਵਿੱਤਰਤਾ ਬਣਾਈ ਰੱਖਣ ਦੇ ਲਈ ਸਟੈਪ ਕਿੱਦਾਂ ਲਿਆ ਜਾਣਾ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਹੀ ਫੈਸਲਾ ਹੋਣਾ ਲੋਕਾਂ ਦੀ ਕਿਸਮਤ ਦਾ। ਦੂਸਰੀ ਗੱਲ ਸੰਧਾਲੀਆ ਸਾਹਿਬ ਜਿਹੜੀ ਬਹੁਤ ਜ਼ਰੂਰੀ ਹੈ, ਤੁਸੀਂ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਮੁੱਦੇ ਚੁੱਕੇ। ਮੈਨੂੰ ਅੱਜ ਲੱਗਦਾ ਕੀ ਹੈ ਕਿ ਇੱਕ ਪਾਸੇ ਤੁਸੀਂ ਹੋ ਵੱਡੇ ਬੰਦੇ, ਇੱਕ ਪਾਸੇ ਸਾਡੇ ਵਰਗੇ ਨੇ। ਆ ਵਧੀਆ। ਹਾਂਜੀ, ਮੈਂ ਕਿਹਾ ਨਾਲ ਹੀ ਬਾਲਟੀ ਜਿੱਦਾਂ ਇੱਥੇ ਭੇਂ ਲੋ, ਕਹਿੰਦਾ ਥੋੜਾ ਇੱਥੇ ਰੱਖ ਲਓ। ਹਾਂਜੀ, ਆਉਣ ਦਿਓ। ਹੁਣ ਰੌਲਾ ਕੀ ਹੈ, ਮੈਂ ਸੋਚਦਾ ਸੀ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਆ, ਠੀਕ ਹੈ, 600 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ, ਉਹਨੂੰ ਮਾਨਤਾ ਨਹੀਂ ਦਿੱਤੀ ਗਈ। ਇਹ ਦੇਸ਼ ਦੀ ਆਜ਼ਾਦੀ ਹੈ। ਲੋਕਤੰਤਰ ਦਾ ਮਤਲਬ ਕੀ ਹੈ ਕਿ ਤੁਹਾਡੇ ਹੱਕ 'ਚ ਵੀ ਵਿਚਾਰ ਆ ਸਕਦੇ ਆ, ਵਿਰੋਧ 'ਚ ਵੀ ਆ ਸਕਦੇ ਆ। ਅਸੀਂ ਮਾਨਤਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ। ਦੂਸਰੀ ਗੱਲ, ਅੱਜ ਸਵਾਲ ਕੀ ਆ ਸਾਡੀਆਂ ਸਰਕਾਰਾਂ ਦੇ ਸਾਹਮਣੇ ਕਿ 1963, 64, 65 ਦੀਆਂ ਗੱਲਾਂ, ਜਦੋਂ ਦੇਸ਼ ਬਾਹਰੋਂ ਕਣਕ ਮੰਗਵਾਉਂਦਾ ਸੀ, ਆਪਾਂ ਬਹੁਤ ਵਾਰੀ ਗੱਲ ਕੀਤੀ, ਰਾਜਨੀਤਿਕ ਲੀਡਰ ਖੇਤੀ ਨਹੀਂ ਕਰ ਸਕਦੇ। ਖੇਤੀ ਕਰ ਸਕਦਾ ਕਿਸਾਨ, ਤੇ ਕਿਸਾਨ ਦੇ ਨਾਲ ਕਿਰਤੀ ਬੰਦਾ, ਮਜ਼ਦੂਰ। ਉਹਨਾਂ ਦੀ ਡਿਊਟੀ ਸੀ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰੀਏ ਤਾਂ ਜੋ ਸਾਨੂੰ ਠੂਠਾ ਫੜ ਕੇ ਵਿਦੇਸ਼ਾਂ ਦੇ ਸਾਹਮਣੇ ਮੰਗਣ ਲਈ ਮਜਬੂਰ ਨਾ ਹੋਣਾ ਪਵੇ। ਉਹਨਾਂ ਨੇ ਆਪਣਾ ਕੰਮ ਕੀਤਾ ਤੇ ਕੰਮ ਆਸਾਨੀ ਨਾਲ ਨਹੀਂ ਹੋ ਗਿਆ। ਉਹਨਾਂ ਦੀ ਜ਼ਮੀਨ ਦੇ ਹੇਠੋਂ ਪਾਣੀ ਥੱਲੇ ਗਿਆ, ਉਹਨਾਂ ਦੀ ਧਰਤੀ ਜ਼ਹਿਰੀਲੀ ਹੋ ਗਈ, ਉਹਨਾਂ ਦੇ ਟੱਬਰਾਂ ਨੂੰ ਕੈਂਸਰ ਹੋਇਆ, ਉਹ ਕਰਜ਼ੇ 'ਚ ਚਲੇ ਗਏ, ਉਹਨਾਂ ਨੂੰ ਟਰੈਕਟਰ ਲੈਣੇ ਪਏ, ਉਹ ਘਰੋਂ ਕਣਕ ਬੀਜ ਲੈਂਦੇ ਸੀ, ਉਹਨਾਂ ਨੂੰ ਮਹਿੰਗੇ ਬੀਜ ਲੈਣੇ ਪਏ, ਉਹਨਾਂ ਨੂੰ ਪੈਟਰੋਲ ਡੀਜ਼ਲ ਫੂਕਣਾ ਪਿਆ, ਉਹਨਾਂ ਨੂੰ ਬਿਜਲੀ ਦੇ ਬਿੱਲ ਦੇਣੇ ਪਏ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡਾ ਕੀ ਜਾਂਦਾ, ਉਹਨਾਂ ਨੇ ਇਹ ਦੇਖਿਆ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ ਚਾਹੀਦਾ। ਆਜ਼ਾਦੀ ਤੋਂ ਬਾਅਦ ਇਹ ਆਮ ਲੋਕਾਂ ਦੀ ਡਿਊਟੀ ਸੀ, ਉਹਨਾਂ ਨੇ ਫੁੱਲਫਿਲ ਕੀਤੀ, ਪੂਰੀ ਕੀਤੀ। ਅੱਜ ਚੁਣੌਤੀ ਕੀ ਹੈ? ਉਹਨਾਂ ਨੇ ਅਨਾਜ ਪੈਦਾ ਕੀਤਾ, ਇਹ ਸਰਕਾਰ ਦੀ ਡਿਊਟੀ ਸੀ ਕਿ ਉਸ ਅਨਾਜ ਨੂੰ ਖਰੀਦ ਕੇ ਉਹਨੂੰ ਸਿਕਿਉਰ ਕਰੇ, ਉਹਨੂੰ ਆਪਣੇ ਕੋਲ ਰੱਖੇ, ਉਹਦਾ ਭੰਡਾਰਨ ਕਰੇ, ਤਾਂ ਜਿਹੜੇ ਲੋਕਾਂ ਨੂੰ ਚਾਹੀਦਾ ਉਹਨੂੰ ਅਨਾਜ ਦੇਵੇ। ਫੂਡ ਕਾਰਪੋਰੇਸ਼ਨ ਆਫ ਇੰਡੀਆ ਬਣਾਈ, ਲੋਕਾਂ ਨੇ ਢਿੱਲ ਨਹੀਂ ਕੀਤੀ। ਅੱਜ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਆ ਜਿਨ੍ਹਾਂ ਨੇ ਤਿਰੰਗਾ ਯਾਤਰਾ ਕਰਨੀ ਹੈ, ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਦਿੱਤੇ ਜਾਂਦੇ ਨਾਮ ਕਿ ਵੱਖਵਾਦੀ ਨੇ, ਫਲਾਨਾਵਾਦੀ ਨੇ।
ਉਹਨਾਂ ਲੋਕਾਂ ਨੇ 1963 64 65 ਤੋਂ ਲੈ ਕੇ ਅੱਜ ਤੱਕ ਪਿੱਠ ਨਹੀਂ ਦਿਖਾਈ ਅੰਦੋਲਨ ਕਰਦਿਆਂ ਵੀ ਇੱਕ ਵਾਰੀ ਇਹ ਕਿਹਾ ਕਿ ਅਸੀਂ ਅਨਾਜ ਹੀ ਨਹੀਂ ਬੀਜਣਾ। ਕਦੀ ਨਹੀਂ ਕਿਹਾ। ਲੰਗਰ ਲਾਇਆ ਦਿੱਲੀ ਦੇ ਵਿੱਚ, ਜਦੋਂ ਲੋਕ ਭੱਜੇ ਜਾਂਦੇ ਸੀ ਦੂਸਰੀ ਲਹਿਰ ਦੇ ਵਿੱਚ, ਉਹ ਭੱਜੇ ਨਹੀਂ। ਸਾਡੀ ਸਰਕਾਰ ਹੁਣ ਦੀ ਪਿਛਲੀ ਸਾਡੇ ਸਿਆਸਤਦਾਨ ਸੱਤਾਧਾਰੀ ਵਿਰੋਧੀ, ਜਾਨੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਨੇ ਫਰਜ਼ ਨਿਭਾਤਾ, ਤੇ ਜਿਹੜੇ ਬੰਦਿਆਂ ਨੇ FCI ਬਣਾ ਕੇ ਜਾਂ ਇੱਕ ਸੰਸਥਾ ਬਣਾ ਕੇ ਕਿਸਾਨਾਂ ਤੋਂ ਅਨਾਜ ਕਿਸਾਨ ਬੀਜ ਸਕਦੇ ਆ, ਪੈਦਾ ਕਰ ਸਕਦੇ, ਮੰਡੀ 'ਚ ਲਿਜਾ ਸਕਦੇ, ਉਹ ਵੰਡ ਥੋੜੋ ਸਕਦੇ ਆ। ਉਹ ਡਿਊਟੀ ਸੀ ਸਰਕਾਰ ਦੀ। ਅੱਜ FCI ਘਾਟੇ 'ਚ ਕਿਉਂ ਆ? ਅੱਜ FCI ਦੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਥਾਵਾਂ ਦੇ ਉੱਤੇ ਕਣਕ, ਝੋਨਾ ਤੇ ਦਾਲਾਂ ਦੇ ਭੰਡਾਰਨ ਦੇ ਗੋਦਾਮ ਉਹਨਾਂ ਨੂੰ ਕਿਉਂ ਦਿੱਤੇ ਜਾ ਰਹੇ ਆ? ਅੱਜ FCI ਦਾ ਦਾਇਰਾ ਸੰਕੁਚਿਤ ਕਿਉਂ ਹੁੰਦਾ ਜਾ ਰਿਹਾ? ਜੇ ਅੱਜ ਆਮ ਲੋਕਾਂ ਦੀ ਡਿਊਟੀ ਸੀ ਕਿ ਅਸੀਂ ਠੂਠਾ ਫੜ ਕੇ ਦੇਸ਼ ਨੂੰ ਮੰਗਣ ਨਹੀਂ ਦੇਣਾ, ਉਹਨਾਂ ਨੇ ਪੂਰੀ ਕਰਤੀ, ਤੇ ਜਿਨ੍ਹਾਂ ਨੇ ਉਹ ਪੂਰੀ ਕੀਤੀ ਉਹਨਾਂ ਨੂੰ ਠੂਠਾ ਫੜਾਤਾ। ਜਾਨੀ ਸਵਾਲ ਤਾਂ ਇਹ ਹੈ ਨਾ ਕਿ ਫੇਲ ਕੌਣ ਹੋਇਆ? ਲੋਕ ਨਹੀਂ ਫੇਲ ਹੋਏ। ਜੇ ਘਾਟਾਂ ਰਹੀਆਂ, ਕਮਜ਼ੋਰੀਆਂ ਰਹੀਆਂ, ਤੇ ਅੱਜ 15 ਅਗਸਤ ਦੀ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਆ। ਅਸੀਂ ਇਸ ਗੱਲ ਦੀ ਉਮੀਦ ਜ਼ਰੂਰ ਕਰਦੇ ਹਾਂ ਕਿ ਸਿਆਸਤਦਾਨ ਚਾਹੇ ਸੱਤਾਧਾਰੀ ਨੇ ਚਾਹੇ ਵਿਰੋਧੀ ਹੱਠ ਛੱਡਣ, ਅੜੀ ਛੱਡਣ, ਜਿਹੜੀ ਡਿਊਟੀ ਉਹਨਾਂ ਤੋਂ ਨਹੀਂ ਨਿਭਾ ਹੋਈ ਨਾ ਉਹ ਪੂਰੀ ਕਰਨ। ਨਹੀਂ, ਪਰ ਉਹ ਤਾਂ ਨਿਭਾ ਰਹੇ। ਦੇਖੋ, ਰਾਸ਼ਟਰਪਤੀ ਸਾਹਿਬ ਨੇ ਕਹਿਤਾ ਵੀ ਲੋਕਤੰਤਰ ਦਾ ਮੰਦਰ ਹੈ, ਇਸ ਕਰਕੇ ਜਿਹੜੇ ਸਿਆਸਤਦਾਨ ਨੇ ਉਹ ਜ਼ਰੂਰ ਖਿਆਲ ਰੱਖਣ। ਦੇਖੋ, ਉਹ ਪਹਿਲੇ ਨਾਗਰਿਕ ਨੇ, ਉਹ ਸਿਆਸਤਦਾਨਾਂ ਨੂੰ ਕਹਿ ਸਕਦੇ ਸੀ, ਉਹਨਾਂ ਨੇ ਕਹਿ ਦਿੱਤਾ। ਹੁਣ ਸਿਆਸਤਦਾਨ ਕਿੰਨੇ ਕੁ ਆਖੇ ਲੱਗਦੇ ਤੇ ਦੱਸੂ ਸਮਾਂ। ਦੂਸਰੇ ਨੰਬਰ ਤੇ ਆਪ ਗਏ ਮੋਦੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ, ਉਹ ਕਹਿੰਦੇ ਵੀ ਆਪਾਂ ਨੂੰ ਵੰਡ ਨੂੰ ਯਾਦ ਰੱਖਣਾ ਚਾਹੀਦਾ। ਅਲੱਗ-ਅਲੱਗ ਟਾਈਮ ਦੇ ਉੱਪਰ ਨਾ ਉਹ ਸਾਰੀਆਂ ਗੱਲਾਂ ਸਮਾਗਮਾਂ ਦੇ ਰੂਪ ਦੇ ਵਿੱਚ ਉਹ ਹੋਣੀਆਂ ਚਾਹੀਦੀਆਂ, ਤਾਂ ਜੋ ਜਿਹੜਾ ਵੰਡ ਵਾਲਾ ਉਹ ਦਰਦ ਸੀ ਉਹ ਚੇਤੇ ਰਵੇ। ਵਧੀਆ ਕੰਮ ਹੈ ਨਾ, ਮਤਲਬ ਉਹ ਵੰਡ ਦੇ ਵਿੱਚ ਫਸੇ ਰਹਿਣ ਵੀ ਫਲਾਨਾ ਇਸ ਗੱਲੋਂ ਵੱਢਿਆ ਸੀ, ਫਲਾਨਾ ਇਸ ਗੱਲੋਂ ਟੁੱਕਿਆ ਸੀ, ਫਲਾਨਾ ਇਸ ਕਰਕੇ ਹੋਇਆ ਸੀ, ਫਲਾਨਾ ਇਸ ਕਰਕੇ ਹੋਇਆ ਸੀ। ਉਹਦੇ ਮੇਨ ਟਾਈਮ 74-75 ਸਾਲ ਕੀ ਹੋ, ਉਹ ਕੋਈ ਚੇਤਾ ਨਾ ਕਰੇ। ਆ ਜ਼ਿਆਦਾ ਵਧੀਆ ਤਰੀਕਾ ਨਹੀਂ ਹੈਗਾ, ਹੈ ਨਾ? ਜਦੋਂ ਚੇਤਾ ਹੀ ਨਹੀਂ ਕਰਨਾ, ਗੱਲ ਫਿਰ ਘੁੰਮ ਕੇ ਉੱਥੇ ਆ ਗਈ ਨਾ ਵੀ ਜੋ ਟੀਕਾ ਭਰ ਕੇ ਲਾਇਆ ਜਾਵੇਗਾ ਅਸਰ ਉਹਦਾ ਹੋਣਾ। ਸੰਧਾਲੀਆ ਸਾਹਿਬ, ਫੁੱਫੜ ਦੀ ਮਿਲਣੀ ਕਰਾਉਣੀ ਹੁੰਦੀ ਵਿਆਹ ਤੇ, ਬਹੁਤ ਚੰਗੀ ਗੱਲ ਹੈ, ਕਰਾਉਣੀ ਚਾਹੀਦੀ, ਮਾਣ-ਤਾਣ ਦੇਣਾ ਚਾਹੀਦਾ, ਪਰ ਵਿਆਹ ਤੋਂ ਅੱਗੇ ਪਿੱਛੇ ਵੀ ਮਾਣ-ਤਾਣ ਪੂਰਾ ਚਾਹੀਦਾ। ਵੰਡ 'ਚ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਘਰ-ਬਾਰ ਛੱਡ ਕੇ ਆਉਣਾ ਪਿਆ, ਬਹੁਤ ਸਾਰੀਆਂ ਬੀਬੀਆਂ ਇੱਧਰਲੀਆਂ ਇੱਧਰ ਰਹਿ ਗਈਆਂ, ਟੱਬਰ ਉੱਧਰ ਚਲੇ ਗਏ, ਉੱਧਰਲੀਆਂ ਉੱਧਰ ਰਹਿ ਗਈਆਂ, ਟੱਬਰ ਇੱਧਰ ਆ ਗਿਆ। ਆਪਾਂ ਨੂੰ ਪਤਾ ਹੈ ਕਈ ਐਸੀਆਂ ਕਹਾਣੀਆਂ ਨੇ ਕਿ ਸੁਣ ਕੇ ਬੰਦਾ ਕੰਬ ਜਾਂਦਾ, ਤੇ ਅੱਧੀ ਰਾਤ ਨੂੰ ਅੱਬੜਵਾਹੇ ਉੱਠਦਾ ਕਿ ਆਹ ਕੁਛ ਵੀ ਹੋਇਆ ਸੀ। ਇਹ ਪ੍ਰਧਾਨ ਮੰਤਰੀ ਸਾਹਿਬ ਨੇ ਠੀਕ ਆਖਿਆ ਕਿ ਸਾਨੂੰ ਉਹ ਯਾਦ ਰੱਖਣਾ ਚਾਹੀਦਾ ਤੇ ਦਿਹਾੜਾ ਮਨਾਉਣਾ ਚਾਹੀਦਾ, ਬਹੁਤ ਚੰਗੀ ਗੱਲ ਹੈ। ਪਰ ਉਹ ਕਿਉਂ ਹੋਇਆ ਸੀ? ਕਿਉਂਕਿ ਧਰਮ ਦੇ ਆਧਾਰ ਤੇ ਲੜੇ ਸੀ। ਅੱਜ ਭਾਰਤ ਦੇ ਵਿੱਚ ਜਾਂ ਅੱਜ ਉਧਰਲੇ ਪਾਸੇ ਪਾਕਿਸਤਾਨ ਦੇ ਲੋਕਾਂ ਦਾ ਵੀ ਕੱਲ੍ਹ ਦਾ ਆਜ਼ਾਦੀ ਦਿਹਾੜਾ ਸੀ। ਧਰਮ ਦੇ ਆਧਾਰ ਤੇ ਅਸੀਂ ਸਾਰੇ ਠੀਕ ਹਾਂ। ਜੇ ਨਹੀਂ ਠੀਕ ਤਾਂ ਕੀ ਸਾਡੀਆਂ ਕੋਈ ਡਿਊਟੀਆਂ ਤਾਂ ਨਹੀਂ ਬਣਦੀਆਂ ਸਰਕਾਰੀ ਪੱਧਰ ਤੇ, ਪ੍ਰਸ਼ਾਸਨਿਕ ਪੱਧਰ ਦੇ ਉੱਤੇ? ਆ ਪਿਛਲੇ ਸਮੇਂ 'ਚ ਹੀ ਆ ਕਿੰਨੀ ਵਾਰੀ ਭੀੜ ਕਾਹਦੇ ਆਧਾਰ ਦੇ ਉੱਤੇ ਕਿੱਦਾਂ ਕਤਲ ਕਰਦੀ ਰਹੀ ਹੈ, ਕਿੱਦਾਂ ਕੁੱਟਦੀ ਰਹੀ ਹੈ, ਉਹ ਸਾਰੀਆਂ ਚੀਜ਼ਾਂ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਰੌਲੇ ਪਏ ਸੀ ਕਿ ਭਾਈ ਫਲਾਣੇ ਬੰਦੇ ਨੇ ਉਹਨਾਂ ਦੇ ਖੂਹ ਤੋਂ ਚੜ੍ਹ ਕੇ ਪਾਣੀ ਪੀ ਲਿਆ, ਕੁੱਟਿਆ ਬਹੁਤ। ਉਹ ਸਾਰੀਆਂ ਚੀਜ਼ਾਂ ਕੀ ਨੇ? ਉਹ ਸਾਰਾ ਕੁਝ ਦੇਖਣਾ ਪਊਗਾ ਕਿ ਜੜ ਕੀ ਸੀ। ਜੇ ਇਸ ਜੜ ਦੇ ਕਰਕੇ ਏਡੀ ਵੱਡੀ ਸਮੱਸਿਆ ਪੈਦਾ ਹੋਈ ਕਿ ਅਸੀਂ ਜੜ ਵੱਢਤੀ, ਉਸ ਜੜ ਦੇ ਜੜੀ ਤੇਲ ਦੇਣਾ ਬਹੁਤ ਜ਼ਰੂਰੀ ਹੈ। ਉੱਥੇ ਤੇਲ ਦੇਣ ਦੀ ਜਗ੍ਹਾ ਦੇ ਉੱਤੇ ਪਿਉਂਦ ਕਰੀ ਜਾਵਾਂਗੇ ਤਾਂ ਕੰਮ ਖਰਾਬ ਹੋ ਜੂ। ਕਿ ਬਈ ਉਹੀ ਦੇਖੋ, ਪ੍ਰਧਾਨ ਮੰਤਰੀ ਸਾਹਿਬ ਸਿਆਣੇ ਨੇ, ਦੇਸ਼ ਦੇ ਲੀਡਰ ਨੇ ਜੀ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਸਾਨੂੰ ਉਹ ਯਾਦ ਰੱਖਣਾ ਚਾਹੀਦਾ ਸਾਰਾ ਕੁਝ। ਯਾਦ ਲੋਕੀ ਤੇ ਰੱਖੇ, ਉਹਨਾਂ ਤੋਂ ਕਦੀ ਭੁੱਲਿਆ ਨਹੀਂ। ਜਿਹਦਾ ਨੁਕਸਾਨ ਹੋ ਗਿਆ ਕਿਤੇ ਉਹਨੂੰ ਭੁੱਲਦਾ ਥੋੜਾ, ਪਰ ਯਾਦ ਤੇ ਮੇਰੇ ਖਿਆਲ ਨਾਲ ਲੀਡਰਾਂ ਨੂੰ ਰੱਖਣਾ ਚਾਹੀਦਾ ਨਾ ਕਿ ਵੀ ਹਾਂ ਯਾਰ ਉਦੋਂ ਜੇ ਸਾਰਾ ਕੁਝ ਹੋ ਗਿਆ ਕਿਉਂ ਹੋਇਆ ਤੇ ਗਾਂ ਨਾ ਹੋਵੇ। ਹੁਣ ਤੁਸੀਂ ਤੇ ਜੇ ਇੱਕ ਜ਼ਿਕਰ ਕੀਤਾ, ਮੇਰੇ ਦਿਮਾਗ 'ਚ ਕਿੰਨੀਆਂ ਖਬਰਾਂ ਆ ਗਈਆਂ ਉਹ ਫਲਾਨਾ ਉਹ ਬਰਾਤ ਨੂੰ ਗੋਲੀ ਮਾਰੀ, ਕਿਉਂ ਮਾਰੀ? ਕਿਉਂਕਿ ਲਾੜਾ ਫਲਾਨੀ ਜਾਤ ਦਾ ਸੀ, ਉਹ ਕਹਿੰਦਾ ਮੈਂ ਘੋੜੀ ਤੇ ਚੜ੍ਹ ਕੇ ਲੰਘਣਾ। ਫਲਾਣੇ ਥਾਂ ਦੇ ਉੱਪਰ ਕੀ ਹੋਇਆ ਜੀ? ਉਹ ਕਹਿੰਦੇ ਵੀ ਉਹਨੂੰ ਜੁੱਤੀ 'ਚ ਪਾਣੀ ਪਿਆ। ਕਿਉਂ ਪਿਆ? ਕਿਉਂਕਿ ਉਹ ਕਹਿੰਦਾ ਸੀ ਵੀ ਮੈਂ ਉਹ ਡੀਜੇ ਲਾਉਣਾ, ਤੇ ਉਹਨੂੰ ਕੋਈ ਹੱਕ ਨਹੀਂ ਹੈਗਾ ਉਹ ਡੀਜੇ ਲਾਉਣਾ। ਮਤਲਬ ਅਜੇ ਵੀ ਜੇ 70-75 ਸਾਲ ਬਾਅਦ ਵੀ ਅਜੇ ਆਪਣੇ ਇਹੋ ਕੁਛ ਚੱਲੀ ਜਾਂਦਾ ਵੀ ਇੱਕ ਬੰਦੇ ਦੀ ਇਸੇ ਕਰਕੇ ਹਉਮੈ ਆ ਵੀ ਮੈਂ ਫਲਾਨਾ, ਤੇ ਫਲਾਨੇ ਨੇ ਫਲਾਨਾ ਰਿਵਾਜ਼ ਕਿਉਂ ਕੀਤਾ? ਹਾਲਾਂਕਿ ਉਹਨੇ ਆਪਣੇ ਘਰ ਕੀਤਾ, ਆਪਣੇ ਸ਼ਗਨ ਉਹਨੇ ਆਪਣੇ ਵਿਹਾਰ ਕੀਤੇ, ਕਿਸੇ ਨੂੰ ਕੋਈ ਚੁੰਡੀ ਨਹੀਂ ਵੱਢੀ, ਪਰ ਉਹਨੂੰ ਵੇਖ ਕੇ ਤਕਲੀਫ ਹੈ ਵੀ ਇਹ ਕਿਉਂ ਕਰਦਾ। ਸੰਧਾਲੀਆ ਸਾਹਿਬ, ਇਹ ਜਾਣੀ ਉਦੋਂ ਸੰਗ ਆਉਂਦੀ ਹੈ। ਮੈਂ ਸ਼ਰਮ ਸ਼ਬਦ ਨਹੀਂ ਵਰਤਣਾ ਚਾਹੁੰਦਾ ਕਿ ਭਾਈ ਆਹ ਕੁਛ ਅੱਜ ਵੀ ਹੋਈ ਜਾਂਦਾ, ਪਰ ਅੱਜ ਕਿਉਂਕਿ ਆਜ਼ਾਦੀ ਦਿਹਾੜਾ, ਇਸ ਗੱਲ ਦੀ ਬੇਨਤੀ ਜ਼ਰੂਰ ਹੈ ਸਾਰੇ ਸਿਆਸਤਦਾਨਾਂ ਨੂੰ ਕਿ ਭਾਈ ਸੱਚੀ ਲੋਕਾਂ ਨੇ ਫਰਜ਼ ਨਿਭਾਏ ਨੇ। ਖਬਰਾਂ ਪਿਛਲੇ ਸਮੇਂ 'ਚ ਕੀ ਆਉਂਦੀਆਂ ਰਹੀਆਂ? ਜਿੱਥੇ ਕੰਮ ਕਰਨ ਦੀ ਲੋੜ ਹੈ, ਕੰਮ ਦਾਅਵਿਆਂ ਦੇ ਨਾਲ ਹੋਣਾ, ਕੰਮ ਜ਼ਮੀਨ ਤੇ ਹੋਣਾ। ਖਬਰ ਕੀ ਆਉਂਦੀ ਸੀ? ਇੰਨਾ ਅਨਾਜ ਸੜ ਗਿਆ। ਭਾਰਤ 'ਚ ਖਬਰਾਂ ਆਉਂਦੀਆਂ ਰਹੀਆਂ, ਉਹ ਕਿਸਾਨ ਦੀ ਗਲਤੀ ਨਾਲ ਨਹੀਂ ਸੜਿਆ, ਉਹ ਮਜ਼ਦੂਰ ਦੀ ਗਲਤੀ ਨਾਲ ਨਹੀਂ ਸੜਿਆ, ਲੋਕਾਂ ਦੀ ਗਲਤੀ ਨਾਲ ਨਹੀਂ ਸੜਿਆ। ਜੇ ਸਾਡੇ ਕੋਲੇ ਪੈਦਾ 6 ਮਹੀਨੇ ਪੈਦਾ ਕੀਤੇ ਅਨਾਜ ਨੂੰ ਢੱਕਣ ਦੇ ਲਈ ਤਰਪਾਲ ਨਹੀਂ ਜਾਂ ਗਡਾਊਨ ਨਹੀਂ ਬਣਿਆ, ਤਾਂ ਗਲਤੀ ਕਿਹਦੀ ਹੈ? ਕਿਸਾਨ ਦੀ ਨਹੀਂ, ਮਜ਼ਦੂਰ ਦੀ ਨਹੀਂ, ਆਮ ਬੰਦੇ ਦੀ ਨਹੀਂ, ਖਾਣ ਵਾਲੇ ਦੀ ਨਹੀਂ।
ਉਹ ਗਲਤੀ ਪ੍ਰਬੰਧਕਾਂ ਦੀ ਹੈ। ਉਹਦੇ ਤੋਂ ਬਾਅਦ ਦੂਜੀ ਖਬਰ ਆ ਜਾਂਦੀ ਹੈ ਜੀ ਭਾਰਤ ਦੇ ਵਿੱਚ ਕੁਪੋਸ਼ਣ ਦਾ ਸ਼ਿਕਾਰ ਇੰਨੇ ਬੱਚੇ ਨੇ। ਜਾਣੀ ਉਹ ਡਿਸਟ੍ਰੀਬਿਊਸ਼ਨ ਦਾ ਸਿਸਟਮ ਕਿਹਨੇ ਦਰੁਸਤ ਕਰਨਾ ਹੈ? ਉਹ ਤਾਂ ਲੀਡਰਾਂ ਨੇ ਕਰਨਾ ਹੈ, ਜਿਨ੍ਹਾਂ ਦੇ ਕੋਲੇ ਸੱਤਾ ਹੈ ਜਾਂ ਜਿਨ੍ਹਾਂ ਨੇ ਸੱਤਾ 'ਚ ਆਉਣਾ ਹੈ। ਜਾਣੀ ਪੈਦਾ ਹੋਏ ਅਨਾਜ ਨੂੰ ਜੇ ਲੋੜਵੰਦ ਲੋਕਾਂ ਦੇ ਵਿੱਚ ਇੱਕ ਦੇਸ਼ ਦੇ ਵਿੱਚ ਸਾਰਾ ਕੁਝ ਸ਼ਾਂਤੀ, ਸੜਕਾਂ, ਰੇਲ ਗੱਡੀਆਂ, ਬੱਸਾਂ, ਟਰੱਕਾਂ ਦੇ ਹੁੰਦਿਆਂ ਵੀ ਆਪਾਂ ਪਹੁੰਚਾ ਨਹੀਂ ਸਕੇ, ਇਹਦੇ ਬਾਵਜੂਦ ਵੀ ਘਰੋਂ ਬੇਘਰ ਕਿਸਾਨ ਹੋਇਆ ਫਿਰੇ। ਯਾਦ ਆਉਂਦਾ ਹੈ ਇੱਕ ਬਹੁਤ ਵੱਡੇ ਪੱਤਰਕਾਰ ਨੇ ਰਿਪੋਰਟ ਕੀਤੀ, ਉਹ ਕਹਿੰਦੇ ਕਿ 1947 ਚ ਐਸੇ ਹੀ ਦਿੱਲੀ ਦੇ ਬਰੂਹਾਂ ਦੇ ਉੱਤੇ ਉਹਨਾਂ ਲੱਖਾਂ ਲੋਕਾਂ ਦੇ ਕੈਂਪ ਲੱਗੇ ਸੀ ਜਿਹੜੇ ਉੱਜੜ ਕੇ ਆਏ ਸੀ। 9 ਮਹੀਨੇ ਹੋ ਗਏ ਕਿਸਾਨ ਉਦਾਂ ਦੇ ਟੈਂਟਾਂ 'ਚ ਬੈਠੇ ਆ, ਉਦਾਂ ਦੀਆਂ ਬਰੂਹਾਂ ਤੇ ਬੈਠੇ ਆ, ਉਦਾਂ ਦੇ ਹਾਲਾਤਾਂ 'ਚ ਬੈਠੇ ਆ। ਇਸ ਕਰਕੇ ਫੌਰੀ ਤੌਰ ਤੇ ਲੋੜ ਇਸੇ ਗੱਲ ਦੀ ਆ ਕਿ ਭਾਈ ਅਨਾਜ ਸੜੇ ਨਾ, ਲੋਕ ਭੁੱਖੇ ਨਾ ਮਰਨ, ਅਧਿਆਪਕ ਪੂਰੇ ਹੋਣ, ਹਸਪਤਾਲਾਂ 'ਚ ਡਾਕਟਰ ਹੋਣ, ਅਸੀਂ ਖੁਸ਼ੀ-ਖੁਸ਼ੀ ਵਸਣਾ, ਅਸੀਂ ਨਫ਼ਰਤ ਨਹੀਂ ਫੈਲਾਉਣੀ। ਬਿਲਕੁਲ ਸਹੀ। ਸੋ ਇਹ ਜੋ ਕੁਝ ਵੀ ਗੱਲਾਂ ਬਾਤਾਂ ਅਸੀਂ ਯਾਰ ਪਿਛਲੇ 2 ਦਿਨਾਂ ਤੋਂ ਕਰਦੇ ਹਾਂ, ਹੋ ਸਕਦਾ ਟਿੱਪਣੀ ਕਰਨ ਵਾਲੇ ਬੰਦਾ ਕਿਸੇ ਵੇਲੇ ਕਹਿ ਦਿੰਦਾ ਯਾਰ ਤੂੰ ਇਹ ਨਹੀਂ ਕੋਈ ਫਰਕ ਪੈਣਾ, ਉਹ ਯਾਰ ਤੁਸੀਂ ਕਿਉਂ ਲੱਗੇ, ਉਹ ਯਾਰ ਕੋਈ ਕਰਾਰੀ ਗੱਲ ਸੁਣਾਓ ਯਾਰ, ਕੋਈ ਇਹ ਸੁਣਾਓ ਯਾਰ ਵੀ ਉਹ ਨਾ ਉਹ ਮਨਪ੍ਰੀਤ ਬਾਦਲ ਨੇ ਚਾਹ ਬਣਾਈ ਉੱਥੇ ਯਾਰ, ਵੀਡੀਓ ਆਈ, ਉਹਦੀ ਫੋਟੋ ਆਈ, ਐਂ ਵੀ 3-4 ਟਿੱਪਣੀਆਂ ਥੱਲੇ ਕਰੇ ਵੇਖਿਆ ਹੁਣ ਫਿਰ ਚਾਹ ਬਣਾਉਂਦੇ ਫਿਰਦੇ। ਜਾਂ ਫਿਰ ਉਹਨੂੰ ਆ ਕੇ ਇੱਕ ਬੜੀ ਵਧੀਆ ਸੀ ਟਿੱਪਣੀ, ਉਹ ਕਹਿੰਦੇ ਅੱਛਾ ਮਨਪ੍ਰੀਤ ਬਾਦਲ ਨੂੰ ਚਾਹ ਬਣਾਉਂਦੇ, ਕਹਿੰਦੇ ਫਿਰ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋਣੇ। ਮਤਲਬ ਸਾਨੂੰ ਉਹਦੇ 'ਚ ਮਜ਼ਾ ਆਉਂਦਾ। ਮੈਨੂੰ ਲੱਗਦਾ ਵੀ ਹੋ ਸਕਦਾ ਠੀਕ ਆ ਫਨ ਸੇਕ ਆਪਾਂ ਜੇ ਕਦੀ ਆਪਾਂ ਨੂੰ ਲੱਗਦਾ ਵੀ ਕੋਈ 4 ਤੁਸੀਂ ਗੱਲਾਂ ਚੁਟਕਲੇ ਚਲਾਉਣੇ ਚਲਾ ਲਓ, ਪਰ ਮੇਰੇ ਖਿਆਲ ਨਾਲ ਇੱਕ ਸੀਰੀਅਸ ਨੋਟ ਤੇ ਵੀ ਜਦ ਤੱਕ ਇੱਕ ਦਿਮਾਗੀ ਆਪਣੀ ਜਿਹੜੀ ਤਬਦੀਲੀ ਨਹੀਂ ਆਉਂਦੀ ਜਾਂ ਕਸਰਤ ਨਹੀਂ ਹੁੰਦੀ, ਉਨੀ ਦੇਰ ਤੱਕ ਤਬਦੀਲੀ ਨਹੀਂ ਆਉਣੀ। ਨਹੀਂ, ਬਹੁਤ ਮੁਸ਼ਕਿਲ ਹੋ ਜਾਣਾ। ਸੰਧਾਲੀਆ ਸਾਹਿਬ ਸਮਾਂ ਹੋ ਚੱਲਿਆ, ਬਸ ਮੈਂ ਆਖਰੀ 10 ਸੈਕਿੰਡ 'ਚ ਇਹ ਗੱਲ ਕਹਿਣੀ ਹੈ ਕਿ 1947 'ਚ ਜਿਹੜੇ ਮੂਡ ਤੇ ਆਪਾਂ ਸੀ, ਅੱਜ ਸਾਡੇ ਬਿਲਕੁਲ ਗੁਆਂਢ ਦੇ ਵਿੱਚ ਅਫਗਾਨਿਸਤਾਨ ਹੈ, ਤਾਲਿਬਾਨ ਕਾਬਲ ਤੱਕ ਪਹੁੰਚ ਚੱਲਿਆ ਤੇ ਉੱਥੋਂ ਦੇ ਲੱਖਾਂ ਲੋਕਾਂ ਨੇ ਘਰੋਂ ਬੇਘਰ ਹੋਣਾ, ਉਹਨਾਂ ਦਾ ਦਰਦ ਵੀ ਨਾਲੋਂ ਨਾਲ ਮਹਿਸੂਸ ਕਰੀਏ। ਬਹੁਤ ਸ਼ੁਕਰੀਆ। ਸੋ ਇਹ ਅਫਗਾਨਿਸਤਾਨ ਵਾਲੀ ਤਾਂ ਕਹਿਣ ਵਾਲੇ ਤਾਂ ਇਹੀ ਕਹਿੰਦੇ ਨੇ ਵੀ ਜੀ ਉਹ ਕਾਬਜ਼ ਹੋਵੇਗਾ, ਪਰ ਕੁੱਲ ਮਿਲਾ ਕੇ ਉਹ ਕਾਬਜ਼ ਹੋ ਹੀ ਗਏ ਨੇ ਇੱਕ ਤਰ੍ਹਾਂ ਨਾਲ। ਬਸ ਖਬਰ ਆਉਣੀ ਬਾਕੀ ਹੈ, ਹੁਣ ਆ ਜੇ ਚੰਦ ਘੰਟਿਆਂ ਨੂੰ ਆ ਜੇ। ਅਸੀਂ ਦੁਆ ਕਰਦੇ ਹਾਂ ਵੀ ਚਲੋ ਦੁਨੀਆ ਕਿਤੇ ਸ਼ਾਂਤ ਹੋਵੇ। ਫਿਲਹਾਲ ਜਾਂ ਸਾਡੇ ਹੁਣ ਜਾਣ ਦਾ ਵੇਲਾ ਹੋ ਗਿਆ ਜੀ, ਆਪਣੀਆਂ ਟਿੱਪਣੀਆਂ ਜ਼ਰੂਰ ਕਰਨੀਆਂ ਜੀ। ਉਹ ਜਿਹੜੀ ਵੀਡੀਓ ਤੁਸੀਂ ਛੋਟੀ ਜਿਹੀ ਦੇਖੀ ਸਾਡੇ ਵੈਸੇ ਵੀ YouTube ਜਾਂ Facebook ਦੇ ਉੱਪਰ ਮਿਲ ਜਾਏਗੀ ਤੁਹਾਨੂੰ, ਜੇ ਤੁਸੀਂ ਠੀਕ ਸਮਝੋ ਤਾਂ ਅੱਗੇ ਸ਼ੇਅਰ ਜ਼ਰੂਰ ਕਰਨੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।